ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਗੈ ਮੋਕਉ ਕਰ ਸੰਤਨ ਕੀ ਧੂਰੇ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਨਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲਹੋ ਹਰ ਲਾਹਾ ਆਗੈ ਬਸਣ ਸੁਹੇਲਾ ਔਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਭਾਵੋ ਸੁਖ ਸਹਜੇ ਬਹੁਰ ਨਾ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਨਹੋ ਮੇਰੇ ਮੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਛਲ ਗਰੀਬ ਨਿਵਾਜ ਕਰੁਣਾ ਨਿਧਾਨ ਮਿਹਰਾਮਤ ਦੇ ਖਜ਼ਾਨੇ 10 ਪਾਤਸ਼ਾਹੀਆਂ ਦਾ
ਆਤਮਕ ਸਵਰੂਪ। ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਵਿੱਤਰ ਦਰਸ਼ਨ ਦੀਦਾਰਾ ਕਰ ਰਹੀ ਗੁਰੂ ਖਾਲਸਾ ਸਾਧ ਸੰਗਤ, ਸਤਿਗੁਰਾਂ ਨੇ ਬੜੀ ਮਹਾਨ ਬਖਸ਼ਿਸ਼ ਕਰ ਦਿੱਤੀ ਹੈ। ਜੋ ਪਿਛਲੇ ਕੁਝ ਦਿਨਾਂ ਤੋਂ ਸਤਿਗੁਰਾਂ ਦੀ ਪਵਿੱਤਰ ਨਿਤਨੇਮ ਦੀ ਬਾਣੀ, ਕੀਰਤਨ ਸੋਹਿਲਾ ਸਾਹਿਬ ਜੀ ਦੀ ਵਿਚਾਰ ਚੱਲ ਰਹੀ ਹੈ, ਤਿਸ ਦੇ ਆਪਾਂ ਜੋ ਕੁੱਲ ਸ਼ਬਦ 5 ਸ਼ਬਦਾਂ ਦੇ ਵਿੱਚੋਂ 4 ਸ਼ਬਦਾਂ ਦੀ ਵਿਚਾਰ ਸਰਵਣ ਕਰ ਚੁੱਕੇ ਹਾਂ। ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਅੱਜ ਜੋ 5ਵਾਂ ਸ਼ਬਦ ਹੈ, ਇਸ ਦੀ ਵਿਚਾਰ ਅੱਜ ਦੇ ਦਿਨ ਸਤਿਗੁਰੂ ਕਿਰਪਾ ਕਰਨਗੇ। ਸਾਰੀ ਹੀ ਸੰਗਤ ਵਡਭਾਗੇ ਹਾਂ, ਸਤਿਗੁਰਾਂ ਦੇ ਦਰ ਉੱਪਰ ਆਣ ਕਰਕੇ ਹਾਜ਼ਰੀਆਂ ਭਰ ਰਹੇ ਹਾਂ। ਜਿਸ ਪ੍ਰਕਾਰ ਦੇ ਨਾਲ ਕੱਲ ਸਤਿਗੁਰਾਂ ਨੇ ਡੰਡੌਤ ਬੰਦਨਾ ਅਤੇ ਅੰਜਲੀ ਮੱਥਾ ਟੇਕਣ ਦੀ ਪ੍ਰਕਿਰਿਆ ਸਤਿਗੁਰਾਂ ਨੇ ਦੱਸੀ ਸੀ, ਉਸ ਪ੍ਰਕਾਰ ਦੇ ਨਾਲ ਸਤਿਗੁਰਾਂ ਅੱਗੇ ਨਤਮਸਤਕ ਹੋ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਇਹ ਬਖਸ਼ਿਸ਼ ਹੈ ਸਤਿਗੁਰਾਂ ਦੀ। ਸਤਿਗੁਰਾਂ ਨੇ ਕਿਰਪਾ ਕਰਕੇ ਇਹ ਜੋ ਸਤ ਸੰਗਤ ਦੀਆਂ ਘੜੀਆਂ ਹਨ ਨਾ ਪਵਿੱਤਰ, ਇਹ ਆਪਾਂ ਨੂੰ ਬਖਸ਼ਿਸ਼ ਕਰ ਦਿੱਤੀਆਂ ਹਨ, ਕਿਉਂਕਿ ਸਤਿਗੁਰਾਂ ਨੇ ਜਿਹੜਾ ਅੱਜ ਦਾ ਸ਼ਬਦ ਹੈ ਉਸ ਦੇ ਅੰਦਰ ਫਿਰ ਇਹ ਬੜੀ ਡੂੰਘਾਈ ਦੇ ਨਾਲ ਸਤਿਗੁਰਾਂ ਨੇ ਕਿਰਪਾ ਕਰਨੀ ਹੈ ਕਿ ਇਹ ਸੰਤ ਟਹਿਲ ਕੀ ਬੇਲਾ, ਇਹ ਜਿਹੜਾ ਜੀਵਨ ਮਿਲ ਗਿਆ ਹੈ ਨਾ, ਇਹ ਸੰਤਾਂ ਦੀ ਟਹਿਲ ਸੇਵਾ, ਸਤਿਗੁਰਾਂ ਦੀ ਟਹਿਲ ਸੇਵਾ ਕਰਨ ਦਾ ਵੇਲਾ ਹੈ, ਸਤ ਸੰਗਤ ਕਰਨ ਦਾ ਵੇਲਾ ਹੈ ਅਤੇ ਇੱਥੋਂ ਲਾਹਾ ਖੱਟ ਕੇ ਜਾਣਾ ਹੈ। ਅਤੇ ਜੇ ਇਹ ਵਾਰੀ ਖੁੰਝ ਗਈ ਤਾਂ ਅੱਗੇ ਫਿਰ ਕੰਮ ਔਖਾ ਹੋਵੇਗਾ, ਬਸਣ ਸੁਹੇਲਾ ਨਹੀਂ ਹੋਵੇਗਾ ਅੱਗੇ ਜਾ ਕਰਕੇ ਪਰਲੋਕ ਦੇ ਅੰਦਰ। ਕਿਉਂਕਿ ਅੱਜ ਸਤਿਗੁਰਾਂ ਨੇ ਹੁਕਮਨਾਮਾ ਸਾਹਿਬ ਅੰਦਰ ਵੀ ਆਪਾਂ ਸਰਵਣ ਕੀਤਾ ਨਾ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਚੇਤਨਾ ਹੈ ਤਉ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ, ਹਰ ਗੁਣ ਕਾਹੇ ਨਾ ਗਾਵਈ, ਮੂਰਖ ਅਗਿਆਨਾ, ਝੂਠਾ ਲਾਲਚ ਲਾਗ ਕੇ ਨਹਿ ਮਰਨ ਪਛਾਣਾ। ਤੂੰ ਮਰਨ ਨੂੰ ਨਹੀਂ ਪਛਾਣਿਆ, ਝੂਠੇ ਦੁਨੀਆ ਦੇ ਲਾਲਚ ਅੰਦਰ ਲੱਗ ਗਿਆ। ਇਹ ਸਤਿਗੁਰੂ ਅੱਜ ਦੇ ਪਵਿੱਤਰ ਸ਼ਬਦ ਅੰਦਰ ਬਖਸ਼ਿਸ਼ ਕਰਦੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇਹ ਪਵਿੱਤਰ ਸ਼ਬਦ, ਜਿਹੜੇ ਸਤਿਗੁਰਾਂ ਨੂੰ ਫਿਰ ਵੱਡੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਨਾ ਕਿ ਦੁਹਤਾ ਬਾਣੀ ਕਾ ਬੋਹਥਾ, ਕਿ ਬਾਣੀ ਦੇ ਜਹਾਜ਼ ਹੋਣਗੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਤਿਨਾਂ ਨੇ ਬੇਅੰਤ ਹੀ ਬਾਣੀ ਰਚ ਕਰਕੇ ਤੇ ਗੁਰਸਿੱਖਾਂ ਦੇ ਸਿਰ ਦੇ ਉੱਪਰ ਇਤਨੀ ਮਹਾਨ ਕਿਰਪਾ ਕਰ ਦਿੱਤੀ ਕਿ ਅੱਜ ਆਪਾਂ ਉਸੇ ਹੀ ਬਾਣੀ ਨੂੰ ਪੜ੍ਹ ਕਰਕੇ ਤੇ ਪਰਮੇਸ਼ਰ ਦੇ ਰਾਹ ਉੱਤੇ ਚੱਲਣ ਜੋਗੇ ਹੋ ਗਏ ਹਾਂ। ਸਤਿਗੁਰੂ ਕਿਰਪਾ ਕਰਨ। ਅੱਜ ਦਾ ਜੋ ਪਵਿੱਤਰ ਸ਼ਬਦ ਆ ਰਿਹਾ ਹੈ, ਬੜੇ ਹੀ ਪ੍ਰੇਮ ਸਹਿਤ ਦੋਏ ਕਰ ਜੋੜ ਸਰਵਣ ਕਰਨ ਦਾ ਯਤਨ ਕਰੀਏ। ਸਾਰੀ ਹੀ ਸੰਗਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਮਹੱਲਾ ਪੰਜਵਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਸ਼ਹੀਦਾਂ ਦੇ ਸਰਤਾਜ ਤੇ ਬਾਣੀ ਦੇ ਜਹਾਜ਼ ਸਤਿਗੁਰੂ। ਰਾਗ ਗੌੜੀ, ਗੌੜੀ ਰਾਗ ਦੇ ਅੰਦਰ ਅਤੇ ਗੌੜੀ ਪੂਰਬੀ, ਜਿਹੜੀ ਗੌੜੀ ਰਾਗ ਦੀ ਪੂਰਬੀ ਜਾਤੀ ਹੈ, ਉਸ ਦੇ ਅੰਦਰ ਸਤਿਗੁਰੂ ਇਹ ਪਵਿੱਤਰ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਕਰੋ ਬੇਨੰਤੀ ਸੁਨੋ ਮੇਰੇ ਮੀਤਾ। ਕਰੋ ਸਤਿਗੁਰੂ, ਅਸੀਂ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਕਿ ਮੈਂ ਕਰਦਾ ਹਾਂ ਬੇਨੰਤੀ, ਮੈਂ ਬੇਨਤੀ ਕਰਦਾ ਹਾਂ, ਸੁਣੋ ਮੇਰੇ ਮੀਤਾ, ਕਿ ਇਹ ਮੇਰੇ ਸੱਜਣ ਭਰਾਵੋ, ਸਤ ਸੰਗੀ ਸੱਜਣੋ, ਇਹ ਉੱਤਮ ਪੁਰਖ ਸੱਜਣੋ, ਸਤ ਸੰਗਤ ਵਿੱਚ ਆਏ ਹੋਏ ਸੱਜਣੋ, ਮੇਰੀ ਬੇਨਤੀ ਸੁਣੋ। ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੇਨਤੀ ਕਰ ਰਹੇ ਹਨ। ਬੇਨਤੀ ਰੂਪ ਅੰਦਰ ਇਹ ਬਚਨ ਸਾਨੂੰ ਇਹ ਹੁਕਮ ਕਰਦੇ ਹਨ, ਬੇਨਤੀ ਰੂਪ ਦੇ ਅੰਦਰ ਕਰੋ ਬੇਨਤੀ ਸੁਣੋ ਮੇਰੇ ਮੀਤਾ, ਹੈ ਮੇਰੇ ਸਤ ਸੰਗੀ ਸੱਜਣੋ, ਧਿਆਨ ਲਾ ਕੇ ਸੁਣਨਾ ਕਰੋ। ਸੰਤ ਟਹਿਲ ਕੀ ਬੇਲਾ। ਇਹ ਜਿਹੜਾ ਵੇਲਾ ਹੈ ਨਾ, ਵੇਲਾ ਭਾਵ ਇਹ ਜਿਹੜਾ ਮਨੁੱਖਾ ਜਨਮ ਤੁਹਾਨੂੰ ਮਿਲ ਗਿਆ ਹੈ, ਸਾਨੂੰ ਆਪਾਂ ਨੂੰ ਮਿਲਿਆ ਹੈ, ਸੰਤ ਟਹਿਲ ਕੀ
ਵੇਲਾ, ਇਹ ਜਿਹੜਾ ਵੇਲਾ ਸੰਤਾਂ ਦੀ ਟਹਿਲ ਸੇਵਾ ਕਰਨ ਦਾ ਹੈ, ਅਥਵਾ ਜਿਹੜੇ ਸਤਿਗੁਰੂ ਹਨ, ਸੰਤ ਪੂਰਨ ਸੰਤ ਸਤਿਗੁਰੂ, ਤਿਨਾਂ ਦੀ ਟਹਿਲ ਸੇਵਾ ਕਰਨ ਦਾ ਇਹ ਵੇਲਾ ਸਾਨੂੰ ਮਿਲਿਆ ਹੈ। ਇਹ ਸਤਿਗੁਰਾਂ ਨੇ ਕਿਉਂ ਬਖਸ਼ਿਸ਼ ਕਰ ਦਿੱਤੀ ਕਿ ਇਹੀ ਵੇਲਾ ਹੈ ਪਰਮੇਸ਼ਰ ਨੂੰ ਮਿਲਣ ਦਾ ਅਤੇ ਸੰਤਾਂ ਦੀ ਸੇਵਾ ਕਰਨ ਦਾ। ਇਹੀ ਵੇਲਾ ਕਿਉਂ ਹੈ? ਕਿਉਂ ਸਤਿਗੁਰੂ ਹੋਰ ਵੀ ਤਾਂ ਜੋਨੀਆਂ ਹਨ ਤੇ ਉਹਨਾਂ ਦੇ ਵਿੱਚ ਕਿਉਂ ਨਹੀਂ ਇਹ ਸੇਵਾ ਕਰ ਸਕਦੇ? ਫਿਰ ਉਹ 'ਤੇ ਸਤਿਗੁਰੂ ਫਰਮਾਉਂਦੇ ਹਨ ਨਾ ਕਿ ਜੇ ਸਮੇਂ ਤੇਰੇ 4 ਪੈਰ ਹੋ ਜਾਣਗੇ, ਸਿਰ ਤੇ 2 ਸਿੰਗ ਨਿਕਲ ਆਉਣਗੇ ਤੇ ਮੂੰਹ ਤੋਂ ਤੂੰ ਗੂੰਗਾ ਹੋ ਜਾਵੇਂਗਾ। ਸਤਿਗੁਰੂ ਕਹਿੰਦੇ ਫਿਰ ਉਦੋਂ ਕਿਵੇਂ ਬਚਨ ਉਚਾਰੇਂਗਾ ਤੇ ਸੇਵਾ ਕਰੇਂਗਾ? 4 ਭਾਵ 2 ਸਿੰਘ ਗੁੰਗ ਮੁਖ, ਭਾਵ ਜਦੋਂ ਪਸ਼ੂਆਂ ਦੀ ਜੂਨੀ ਅੰਦਰ ਪੈ ਗਿਆ ਤਬ ਕੈਸੇ ਗੁਣ ਗਈ ਹੈ। ਉਸ ਸਮੇਂ ਫਿਰ ਤੂੰ ਕਿਵੇਂ ਪਰਮੇਸ਼ਰ ਦੇ ਗੁਣ ਗਾਉਣਾ ਕਰੇਗਾ? ਉਸ ਸਮੇਂ ਤੂੰ ਉਹਨਾਂ 4 ਪੈਰਾਂ ਦੇ ਨਾਲ ਕਿਵੇਂ ਸੇਵਾ ਕਰੇਗਾ? ਤੇ ਇਸ ਪ੍ਰਕਾਰ ਦੇ ਨਾਲ ਤੂੰ ਇਸੇ ਜੀਵਨ ਦੇ ਅੰਦਰ ਤੈਨੂੰ ਇਹ ਵਾਰੀ ਮਿਲ ਗਈ ਹੈ। ਵੇਲਾ ਹੈ ਕਾਹਦਾ? ਸੰਤ ਟਹਿਲ ਕੀ ਵੇਲਾ, ਸਤ ਸੰਗਤ ਦੀ ਸੇਵਾ ਕਰਨ ਦਾ ਇਹ ਵੇਲਾ ਤੈਨੂੰ ਮਿਲ ਗਿਆ ਹੈ, ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤਾ ਹੈ। ਕਿਉਂਕਿ ਜਿਹੜੇ ਦੇਵਤੇ ਵੀ ਹਨ ਨਾ, ਉਹ ਵੀ ਇਸ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਨ ਵਾਸਤੇ ਤਰਸਦੇ ਹਨ, ਕਿਉਂਕਿ ਉਹਨਾਂ ਕੋਲ ਸਰੀਰ ਨਹੀਂ ਹੈ ਤੇ ਸਰੀਰ ਦੇ ਨਾਲ ਹੀ ਸੇਵਾ ਹੋ ਸਕਦੀ ਹੈ ਸੰਤਾਂ ਦੀ ਅਤੇ ਸਤ ਸੰਗਤ ਦੀ। ਇਸ ਦੇਹੀ ਕਉ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਜੇ ਤੈਨੂੰ ਇਹ ਦੇਹੀ ਮਿਲ ਪ੍ਰਾਪਤ ਹੋ ਗਈ ਹੈ ਨਾ, ਸੋ ਦੇਹੀ ਤੂੰ ਕੀ ਕਰ? ਭਜ ਹਰ ਕੀ ਸੇਵ, ਹਰੀ ਦਾ ਭਜਨ ਤੇ ਸੇਵਾ ਦੇ ਵਿੱਚ ਲੱਗ ਜਾ। ਇਹ ਤੈਨੂੰ ਵੇਲਾ ਮਿਲਿਆ ਹੈ ਕਾਹਦਾ? ਸੰਤ ਟਹਿਲ ਕੀ, ਸੰਤਾਂ ਦੀ ਅਤੇ ਸਤ ਸੰਗਤ ਦੀ ਤੇ ਸਤਿਗੁਰਾਂ ਦੀ ਸੇਵਾ ਕਰਨ ਦਾ ਤੈਨੂੰ ਇਹ ਵੇਲਾ ਪ੍ਰਾਪਤ ਹੋਇਆ ਗਿਆ ਹੈ। ਇਹ ਤੇ ਵੇਲਾ ਹੱਥੋਂ ਨਾ ਖੁਜਾ ਦੇਈ, ਕਿਉਂਕਿ ਆਪਾਂ ਬਚਨ ਸਿਆਣੇ ਅਕਸਰ ਕਰਦੇ ਹਨ ਨਾ, ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ, ਫਿਰ ਟੱਕਰਾਂ ਤੇ ਪਛਤਾਵਾ ਹੀ ਪੱਲੇ ਰਹਿ ਜਾਵੇਗਾ ਜਦੋਂ ਇਹ ਸਵਾਸ ਇਸ ਜਿੰਦ ਦੇ ਅੰਦਰੋਂ ਨਿਕਲ ਗਏ। ਸਤਿਗੁਰੂ ਬਖਸ਼ਿਸ਼ ਫਰਮਾਉਂਦੇ ਹਨ, ਟਹਿਲ ਕਰੋ ਤੇਰੇ ਦਾਸ ਕੀ, ਪੱਗ ਝਾਰੋਂ ਬਾਰ। ਸਤਿਗੁਰੂ ਵੀ ਬਖਸ਼ਿਸ਼ ਕਰਦੇ ਹਨ ਕਿ ਹੇ ਪਰਮੇਸ਼ਰ, ਮੈਂ ਵੀ ਤੁਹਾਡੇ ਦਾਸਾਂ ਦੀ ਸੇਵਾ ਕਰਨੀ ਲੋਚਦਾ ਹਾਂ। ਮੈਂ ਤੇਰੇ ਦਾਸਾਂ ਦੀ ਹੇ ਪਰਮੇਸ਼ਰ ਸੇਵਾ ਕਰਦਾ ਹਾਂ। ਟਹਿਲ ਕਰੋ ਤੇਰੇ ਦਾਸ ਕੀ, ਪੱਗ ਝਾਰੋਂ ਬਾਲ, ਆਪਣੇ ਮੈਂ ਕੇਸਾਂ ਦੇ ਨਾਲ ਉਹਨਾਂ ਦੇ ਚਰਨ ਝਾੜਦਾ ਹਾਂ। ਕਿਹਨਾਂ ਦੇ? ਤੇਰੇ ਦਾਸ ਕੀ, ਤੇਰੇ ਦਾਸਾਂ ਦੇ, ਜਿਹੜੇ ਤੇਰੇ ਦਾਸ ਬਣ ਚੁੱਕੇ ਹਨ, ਜਿਹੜੇ ਦਾਸਾ ਭਾਵ ਧਾਰਨ ਕਰਕੇ ਇਸ ਪਰਮੇਸ਼ਰ ਤੁਹਾਡੀ ਸ਼ਰਨ ਵਿੱਚ ਆਏ ਹਨ, ਮੈਂ ਉਹਨਾਂ ਦੇ ਚਰਨ ਆਪਣੇ ਕੇਸਾਂ ਦੇ ਨਾਲ ਝਾੜਦਾ ਹਾਂ। ਪੱਗ ਝਾਰੋ ਬਾਲ, ਮਸਤਕ ਆਪਣਾ ਭੇਟ ਦਿਓ, ਗੁਣ ਸੁਣੋ ਰਸਾਲ। ਤੇ ਮੈਂ ਆਪਣਾ ਮਸਤਕ ਉਹਨਾਂ ਨੂੰ ਭੇਟ ਕਰਦਾ ਹਾਂ। ਕਿਉਂ? ਕਿ ਮੈਨੂੰ ਕਿਰਪਾ ਕਰੋ, ਗੁਣ ਸੁਣੋ ਰਸਾਲ, ਵੀ ਮੈਨੂੰ ਉਹਨਾਂ ਤੋਂ ਤੁਹਾਡੇ ਗੁਣ ਹਰ ਜਸ ਸੁਣਨ ਨੂੰ ਮਿਲ ਜਾਵੇ ਤੁਹਾਡੇ ਦਾਸਾਂ ਪਾਸੋਂ। ਐਸੀ ਬਖਸ਼ਿਸ਼ ਕਰਦੇ ਹਨ। ਇਹ ਵੇਲਾ ਹੈ ਸੇਵਾ ਕਰਨ ਦਾ, ਸੰਤ ਟਹਿਲ ਕੀ ਵੇਲਾ, ਇਹ ਵੇਲਾ ਹੱਥੋਂ ਨਾ ਖੁਜਾ ਦਈਏ। ਇੱਕ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਲੰਘੇ ਉੱਤੇ ਵਿਰਾਜ ਰਹੇ ਸਨ ਤੇ ਸਤਿਗੁਰਾਂ ਨੇ ਜਲ ਛਕਣ ਵਾਸਤੇ ਕਿਹਾ, ਪਰ ਉਸ ਸਮੇਂ ਸਤਿਗੁਰਾਂ ਦਾ ਗੜਵਈ ਸਤਿਗੁਰਾਂ ਦੇ ਪਾਸ ਹਾਜ਼ਰ ਨਹੀਂ ਸੀ। ਤਾਂ ਉਸ ਸਮੇਂ ਫਿਰ ਸਤਿਗੁਰਾਂ ਦੇ ਪਾਸ ਇੱਕ ਸਰਦਾਰਾਂ ਦਾ ਲੜਕਾ ਉੱਥੇ ਆਇਆ ਹੋਇਆ ਸੀ ਤੇ ਉਸ ਨੇ ਸਤਿਗੁਰਾਂ ਦਾ ਬਚਨ ਸੁਣ ਕੇ ਤੇ ਗੜ ਵਿੱਚ ਪਾਣੀ ਭਰ ਕੇ ਤੇ ਸਤਿਗੁਰਾਂ ਅੱਗੇ ਹਾਜ਼ਰ ਕਰ ਦਿੱਤਾ ਕਿ ਸਤਿਗੁਰੂ ਲਓ ਛਕੋ। ਸਤਿਗੁਰਾਂ ਨੇ ਜਿਸ ਸਮੇਂ ਉਹਦੇ ਕੋਮਲ ਹੱਥ ਦੇਖੇ ਨਾ, ਤੇ ਹੱਥ ਦੇਖ ਕਰਕੇ ਸਤਿਗੁਰਾਂ ਨੇ ਬਚਨ ਕੀਤਾ ਉਸ ਨੂੰ ਕਿ ਬੜੇ ਕੋਮਲ ਹੱਥ ਹਨ ਤੇਰੇ, ਕਦੀ ਸੇਵਾ ਕੀਤੀ ਹੈ ਸੰਤਾਂ ਦੀ, ਸਤ ਸੰਗਤ ਦੀ ਸੇਵਾ ਕੀਤੀ ਹੈ ਕਦੀ, ਜਾਂ ਕੋਈ ਕਾਰਜ ਕੀਤਾ ਹੈ? ਤੇ ਅੱਗੋਂ ਉਹ ਸਰਦਾਰਾਂ ਦਾ ਲੜਕਾ ਕਹਿਣ ਲੱਗਾ ਕਿ ਸਤਿਗੁਰੂ ਤੁਹਾਡੀ ਬੜੀ ਬਖਸ਼ਿਸ਼ ਹੈ, ਬੜੀਆਂ ਮਿਹਰਾਮਤਾਂ ਹਨ ਤੁਹਾਡੀਆਂ, ਘਰ ਦੇ ਅੰਦਰ ਕਿਸੇ ਚੀਜ਼ ਦੀ ਘਾਟ ਨਹੀਂ, ਸੇਵਕ ਬਹੁਤ ਹਨ ਤੇ ਇਸ ਕਰਕੇ ਕਦੀ ਇਹ ਲੋੜ ਹੀ ਨਹੀਂ ਪਈ ਇਹਨਾਂ ਹੱਥਾਂ ਨਾਲ ਕੋਈ ਕੰਮਕਾਰ ਸੇਵਾ ਕਰਨ ਦੀ, ਸਾਰੇ ਸੇਵਕ ਹੀ ਮੇਰਾ ਕੰਮ ਕਰਦੇ ਹਨ। ਇਹ ਪਹਿਲੀ ਵਾਰ ਹੈ ਕਿ ਮੈਂ ਕਿਸੇ ਨੂੰ ਪਾਣੀ ਭਰ ਕੇ ਤੇ ਫੜਾ ਰਿਹਾ ਹਾਂ। ਸਤਿਗੁਰਾਂ ਨੇ ਉਸ ਦਾ ਪਾਣੀ, ਉਸ ਨੂੰ ਬਚਨ ਕੀਤਾ ਕਿ ਮੁਰਦੇ ਦੇ ਹੱਥ ਦਾ ਅਸੀਂ ਲਿਆਂਦਾ ਹੋਇਆ ਜਲ ਨਹੀਂ ਛਕਦੇ। ਸਤਿਗੁਰੂ ਬਖਸ਼ਿਸ਼ ਕਰਨ ਲੱਗੇ, ਸਤਿਗੁਰੂ ਮੁਰਦਾ, ਮੈਂ ਤਾਂ ਜਿਉਂਦਾ ਜਾਗਦਾ ਆਪ ਜੀ ਦੇ ਸਾਹਮਣੇ ਖੜਾ ਹਾਂ, ਮੈਂ ਮੁਰਦਾ ਕਿਸ ਪ੍ਰਕਾਰ ਦੇ ਨਾਲ? ਸਤਿਗੁਰਾਂ ਨੇ ਉੱਥੇ ਬਚਨ ਫਰਮਾਇਆ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ, ਕਿ ਬਿਨਾਂ ਸੇਵਾ ਤੋਂ ਜਿਹੜੇ ਹੱਥ ਪੈਰ ਹਨ ਨਾ, ਇਹ ਲਾਹਨਤ ਹਨ ਇਹਨਾਂ ਨੂੰ, ਇਹਨਾਂ ਤੋਂ ਧ੍ਰਿਗ ਹੈ ਕਿ ਇਹ ਇਸ ਸਰੀਰ ਨੂੰ ਲੱਗੇ ਹੋਏ ਹਨ ਜਿਹੜਾ ਨੇ ਸੇਵਾ ਹੀ ਨਹੀਂ ਕੀਤੀ ਪਰਮੇਸ਼ਰ ਦੀ ਤੇ ਹਰੀ ਦੇ ਜਨਾਂ ਦੀ, ਸਤ ਸੰਗਤ ਦੀ, ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਮੁਰਦਿਆਂ ਦੇ ਸਮਾਨ ਹਨ।
ਤੇ ਉਸ ਨੇ ਫਿਰ ਬੇਨਤੀ ਕੀਤੀ ਕਿ ਸਤਿਗੁਰੂ ਇਹ ਕਿਵੇਂ ਫਿਰ ਮੇਰਾ ਭਲਾ ਹੋਵੇ, ਇਹ ਕਿਵੇਂ ਮੈਂ ਜਿਉਂਦਿਆਂ ਦੀ ਗਿਣਤੀ ਵਿੱਚ ਆ ਜਾਵਾਂ। ਤੇ ਸਤਿਗੁਰਾਂ ਨੇ ਕਿਹਾ ਫਿਰ ਸਤਿਗੁਰਾਂ ਦੀ ਸੰਗਤ ਦੀ ਸੇਵਾ ਦੇ ਵਿੱਚ ਜੁਟ ਪਾ। ਭੱਟ ਸਾਹਿਬਾਨ ਫਰਮਾਉਂਦੇ ਹਨ ਨਾ, ਚਰਨ ਤਾਂ ਪਰਸ ਕੇ ਹੱਥ, ਚਰਨ ਗੁਰ ਅਮਲ ਪਵਰ, ਚਰਨ ਗੁਰ ਅਮਲ ਪਵਲ ਰਹਿ, ਚਰਨ ਗੁਰ ਅਮਰ ਪਵਲ ਰਹਿ। ਚਰਨ ਤਾਂ ਪਰ ਸਕਿਆਥ, ਜਿਹੜੇ ਚਰਨ ਹਨ ਨਾ ਉਹ ਵੀ ਸਕਿਆਥ ਪਵਿੱਤਰ ਹੋ ਜਾਣਗੇ, ਜਿਹੜੇ ਗੁਰ ਅਮਰ ਪਵਲ ਰਹਿ, ਜਿਹੜੇ ਉਸ ਸਤਿਗੁਰਾਂ ਦੇ ਦਰ ਤੇ ਚੱਲ ਕੇ ਜਾਂਦੇ ਹਨ ਉਹ ਚਰਨ ਪਵਿੱਤਰ ਹਨ। ਹੱਥ ਤਾਂ ਪਰ ਸਕਿਆਥ, ਹੱਥ ਲੱਗਾ ਹੈ ਗੁਰ ਅਮਰ ਪੈ, ਕਿ ਉਹ ਹੱਥ ਸਕਿਆਥ ਸਫਲੇ ਹਨ, ਮੁਕਤ ਹਨ ਉਹ ਹੱਥ ਜਿਹੜੇ ਗੁਰੂ ਅਮਰਦਾਸ ਭਾਵ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਨੂੰ ਛੂਹਦੇ ਹਨ। ਜੀਹ ਤਾਂ ਪਰ ਸਕਿਆਥ, ਜੀਹ ਗੁਰ ਅਮਰ ਭਣਿਜੈ, ਕਿ ਉਹ ਜੀਵਾ ਜ਼ੁਬਾਨ ਵੀ ਉਹ ਸਕਿਆਥ ਸਫਲੀ ਹੋ ਜਾਂਦੀ ਹੈ ਜਿਹੜੀ ਸਤਿਗੁਰਾਂ ਦੇ ਜਸ ਉਚਾਰਨ ਕਰਦੀ ਹੈ। ਨੈਣ ਤਾਂ ਪਰ ਸਕਿਆਥ, ਨੈਣ ਗੁਰ ਅਮਰ ਪਖਿਜੈ, ਕਿ ਉਹ ਅੱਖਾਂ ਉਹ ਸਫਲੀਆਂ ਹਨ ਜਿਹੜੀਆਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਹਨ। ਸਰਵਣ ਤਾਂ ਪਰ ਸਕਿਆਥ, ਸਰਵਣ ਗੁਰ ਅਮਰ ਸੁਣਿਜੈ, ਕਿ ਉਹ ਸਰਵਣ ਕੰਨ ਵੀ ਸਫਲ ਹਨ ਜਿਹੜੇ ਸਤਿਗੁਰਾਂ ਦੇ ਹਰ ਜਸ ਸਰਵਣ ਕਰਦੇ ਹਨ। ਸਕਿਆਥ ਸੋਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ, ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਉਹ ਸਿਰ ਵੀ ਤਾਂ ਹੀ ਸਫਲਾ ਹੈ ਜੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆ ਕਰਕੇ ਨਿਵਦਾ ਹੈ। ਇਸ ਪ੍ਰਕਾਰ ਨੇ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਕਿ ਇਹ ਹੱਥ ਪੈਰ ਸਫਲੇ ਤਾਂ ਹੀ ਹਨ ਸੰਤ ਟਹਿਲ ਕੀ ਵੇਲਾ। ਇਹ ਜਿਹੜਾ ਵੇਲਾ ਮਿਲਿਆ ਹੈ ਇਸ ਨੂੰ ਸੰਭਾਲ ਕਰਕੇ ਸੇਵਾ ਕਰ ਲਈਏ ਤੇ ਇਹ ਸਮੇਂ ਨੂੰ ਆਪਾਂ ਨਾ ਖੁੰਝਾ ਦਈਏ। ਇਹ ਸਤਿਗੁਰੂ ਇਸ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਸੰਤ ਟਹਿਲ ਕੀ ਵੇਲਾ, ਇਹ ਸੰਤਾਂ ਦੀ ਟਹਿਲ ਸੇਵਾ, ਸਤ ਸੰਗਤ ਦੀ ਸੇਵਾ ਕਰਨ ਦਾ ਇਹ ਮਨੁੱਖਾ ਜਨਮ ਮਿਲਿਆ, ਪ੍ਰਾਪਤ ਹੋਇਆ ਹੈ। ਇਹਾਂ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਇਹਾਂ ਖਾਟ ਚਲਹੋ ਹਰ ਲਾਹਾ, ਹਰ ਲਾਹਾ ਭਾਵ ਹਰੀ ਦੇ ਨਾਮ ਦਾ ਲਾਹਾ। ਇਹਾਂ ਖਾਟ ਚਲਹੋ, ਇੱਥੇ ਇਸ ਮਨੁੱਖਾ ਦੇਹੀ ਦੇ ਅੰਦਰ ਰਹਿੰਦੇ ਹੋਏ ਇਹਾਂ ਖਾਟ ਚਲਹੋ ਹਰ ਲਾਹਾ, ਹਰੀ ਪਰਮੇਸ਼ਰ ਦੇ ਨਾਮ ਦਾ ਲਾਹਾ ਖੱਟ ਕੇ ਇੱਥੋਂ ਜਾਈਏ। ਅੱਗੇ ਬਸਣ ਸੁਹੇਲਾ, ਜਿਸ ਦੇ ਨਾਲ ਫਿਰ ਅੱਗੇ ਭਾਵ ਮਰਨ ਤੋਂ ਅੱਗੇ, ਮਰਨ ਤੋਂ ਬਾਅਦ ਬਸਣ ਸੁਹੇਲਾ, ਜਿਹੜਾ ਵਸਣਾ ਹੈ ਨਾ ਉਹ ਸੌਖਾ ਹੋ ਜਾਵੇਗਾ। ਕਿਉਂਕਿ ਇਹ ਜਿੰਦ ਇਹ ਕੇਵਲ ਇਹ ਜੰਮੀ ਤੇ ਇਹਨੇ ਇੱਥੇ ਹੀ ਨਹੀਂ ਮਰ ਜਾਣਾ, ਇਹ ਸਰੀਰ ਹੈ ਜੰਮਿਆ ਤੇ ਸਰੀਰ ਨੇ ਮਰਨਾ ਹੈ। ਪਰ ਜਿਹੜੀ ਸਾਧ ਸੰਗਤ ਇਹ ਆਤਮਾ ਦੀ ਜਿਹੜੀ ਇਸ ਜੀਵ ਆਤਮਾ ਦਾ ਜਿਹੜਾ ਸਫ਼ਰ ਹੈ ਨਾ ਬੜਾ ਹੀ ਲੰਬੇਰਾ ਚੱਲਿਆ ਆ ਰਿਹਾ ਹੈ ਤੇ ਇਸ ਨੇ ਅੱਗੇ ਵੀ ਕਿਤੇ ਹੋਰ ਵੀ ਜਾਣਾ ਹੈ। ਤੇ ਜੇ ਇੱਥੇ ਇਹ ਲਾਹਾ ਖੱਟ ਕੇ ਚਲੇ ਜਾਵੇਗੀ ਤੇ ਅੱਗੇ ਫਿਰ ਇਹ ਸੁਹੇਲੀ ਸੌਖੀ ਵਸ ਜਾਵੇਗੀ। ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਨਾ ਕਿ ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਆਪਾਂ ਆਸਾ ਦੀ ਵਾਰ ਦੇ ਅੰਦਰ ਪਵਿੱਤਰ ਸ਼ਬਦ ਪੜ੍ਹਦੇ ਹਨ ਨਾ, ਜਿਤ ਸੇਵਿਆ ਸੁਖ ਪਾਈਐ, ਜਿਸ ਪਰਮੇਸ਼ਰ ਦੀ ਸੇਵਾ ਕਰਨ ਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸੰਤ ਟਹਿਲ ਕੀ ਬੇਲਾ, ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਉਸ ਪਰਮੇਸ਼ਰ ਨੂੰ ਸਦਾ ਹੀ ਚੇਤਾ ਕਰਨਾ ਚਾਹੀਦਾ ਹੈ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਜੇ ਆਪਣਾ ਕੀਤਾ ਹੀ ਸਾਨੂੰ ਪ੍ਰਾਪਤ ਹੋਣਾ ਹੈ ਫਿਰ ਬੁਰੀ ਘਾਲ ਕਿਉਂ ਘਾਲੀਏ। ਜੇ ਆਪਾਂ ਨੂੰ ਪਤਾ ਹੈ ਕਿ ਜੋ ਬੀਜਾਂਗੇ ਉਹੀ ਪੈਦਾ ਹੋਣਾ ਹੈ। ਇਸ ਸਤਿਗੁਰਾਂ ਨੇ ਇਸ ਪਰਮੇਸ਼ਰ ਦਾ ਨਿਯਮ ਜੋ ਧਰਤੀ ਵਿੱਚ ਬੀਜਿਆ ਉਹੀ ਫੁੱਟਣਾ ਹੈ, ਪੈਦਾ ਹੋਣਾ ਹੈ। ਜੋ ਇਸ ਮਨ ਦੇ ਅੰਦਰ ਬੀਜ ਬੀਜੇ ਗਏ ਤੇ ਉਹੀ ਫਿਰ ਇੱਕ ਕਰਮ ਬਣ ਕੇ ਤੇ ਇਹ ਪ੍ਰਗਟ ਹੋਣਗੇ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਜੱਟ ਭਾਵ ਕਿਸਾਨ, ਇੱਕ ਬੀਜਦਾ ਤਾਂ ਕਿੱਕਰ ਦੇ ਬੀ ਹੈ ਤੇ ਲੋੜਦਾ ਹੈ, ਚਾਹੁੰਦਾ ਹੈ ਕਿ ਬਿਜੌਰ ਦੇਸ਼ ਦੀਆਂ ਦਾਖਾਂ ਮੈਨੂੰ ਪ੍ਰਾਪਤ ਹੋ ਜਾਣ। ਅਜਿਹਾ ਕਿਵੇਂ ਹੋ ਜਾਵੇਗਾ। ਹੰਡੈ ਉੱਨ ਕਤਾਏ ਦਾ, ਪੈਦਾ ਲੋੜੈ ਪੱਟ, ਕਿ ਸਾਰੀ ਉਮਰ ਇਹਨੇ ਉੱਨ ਕੱਤਦੇ ਨਹੀਂ ਕੱਢ ਦਿੱਤੀ ਤੇ ਇਹ ਚਾਹੁੰਦਾ ਹੈ ਕਿ ਮੈਨੂੰ ਰੇਸ਼ਮੀ ਕੱਪੜੇ ਪਹਿਨਣ ਨੂੰ ਪ੍ਰਾਪਤ ਹੋ ਜਾਣ। ਇਸ ਤਰ੍ਹਾਂ ਕਿਵੇਂ ਹੋਵੇਗਾ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਜੇ ਆਪਾਂ ਨੂੰ ਪਤਾ ਹੈ ਕਿ ਇਹ ਕੀਤੇ ਦਾ ਫਲ ਸਾਨੂੰ ਹੀ ਪ੍ਰਾਪਤ ਹੋਣਾ ਹੈ ਫਿਰ ਬੁਰੀ ਘਾਲਣਾ ਕਿਉਂ ਘੱਲ ਗਏ, ਨਹੀਂ ਘਾਲਣੀ ਚਾਹੀਦੀ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਜ਼ਰ ਨਿਹਾਲੀਐ। ਮੰਦਾ ਮੂਲ ਨਾ ਕੀਚਈ, ਮੰਦਾ ਕਰਮ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਦੇ ਲੰਮੀ ਨਜ਼ਰ, ਦੂਰ ਤੱਕ ਦੂਰ ਦ੍ਰਿਸ਼ਟੀ ਨਾਲ ਦੇਖ ਲੈਣਾ ਚਾਹੀਦਾ ਹੈ ਕਿ ਇਸ ਕਰਮ ਦਾ ਫਲ ਕੀ ਹੋਵੇਗਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਤੇ ਕਰਮੀ ਆਪੋ ਆਪਣੀ
ਕੇ ਨੇੜੇ ਕੇ ਦੂਰ। ਇਹ ਆਪਣੇ ਕਰਮੀ ਆਪੋ ਆਪਣੀ ਕਰਮ ਤੁਹਾਡੇ ਹਨ, ਜਿਹੜੇ ਕਰਮ ਕੀਤੇ ਤੇ ਫਿਰ ਕੇ ਨੇੜੇ ਤੇ ਕੇ ਦੂਰ। ਜਿਨ੍ਹਾਂ ਨੇ ਚੰਗੇ ਕਰਮ ਕਰ ਲਏ ਤੇ ਉਹ ਪਰਮੇਸ਼ਰ ਦੇ ਸਤਿਗੁਰਾਂ ਦੇ ਨਜ਼ਦੀਕ ਹੋ ਕਰਕੇ ਵਸ ਜਾਣਗੇ, ਤੇ ਨਾ ਕੀਤੇ ਜੇ ਘਾਲ ਬੁਰੀ ਘਾਲਦੇ ਰਹੇ ਤਾਂ ਫਿਰ ਦੂਰ ਹੋ ਜਾਵਾਂਗੇ ਪਰਮੇਸ਼ਰ ਤੋਂ, ਤੇ ਜੂਨਾਂ ਦੇ ਵਿੱਚ ਬਾਰ-ਬਾਰ ਆਉਣ ਜਾਣ ਹੋਵੇਗਾ। ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿ ਕਿਤੇ ਇਸ ਵਾਰੀ ਇਹ ਪਰਮੇਸ਼ਰ ਨੂੰ ਆਪਾਂ ਹਾਰ ਨਾ ਜਾਈਏ। ਇਹ ਵਾਰੀ ਮਿਲੀ ਹੈ ਸੰਤ ਟਹਿਲ ਕੀ ਬੇਲਾ, ਇਹਨੂੰ ਹਾਰ ਕਰਕੇ ਨਾ ਚਲੇ ਜਾਈਏ ਤੇ ਵੇਹਾ ਪਾਸਾ ਢਾਲੀਏ। ਐਸੀ ਤੁਸੀਂ ਬਾਜੀ ਖੇਡਣਾ ਕਰੋ ਇਸ ਸੰਸਾਰ ਦੇ ਜੀਵਨ ਤੇ ਰਹਿੰਦਿਆਂ ਹੋਇਆਂ। ਇਹਾਂ ਖਾੜ ਚਲੋ ਹਰ ਲਾਹਾ, ਕਿਛ ਲਾਹੇ ਉੱਪਰ ਘਾਲੀਐ। ਸਤਿਗੁਰ ਬਖਸ਼ਿਸ਼ ਕਰਦੇ, ਕੁਛ ਲਾਹੇ ਦਾ ਕੰਮ ਕਰ ਲਾ। ਕੀ ਲਾਹੇ ਦਾ ਕੰਮ ਕਰ ਲਾ? ਹਰ ਲਾਹਾ ਇਹਾਂ ਖਾੜ ਚਲੋ ਹਰ ਲਾਹਾ, ਹਰੀ ਨਾਮ ਦਾ ਲਾਹਾ ਖੱਟ। ਸਤਿਗੁਰੂ ਕਿਵੇਂ ਖੱਟਣਾ ਹੈ ਬਖਸ਼ਿਸ਼ ਕਰੋ। ਆਨੰਦ ਸਾਹਿਬ ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਨ ਨਾ ਰੋਜ਼ਾਨਾ ਹੀ ਨਿਤਨੇਮ ਦੇ ਅੰਦਰ, ਸਤਿਗੁਰੂ ਬਖਸ਼ਿਸ਼ ਕਰਦੇ ਕਿ ਇੱਕ ਹੁੰਦਾ ਹੈ ਵਣਜਾਰਾ, ਜਿਹੜਾ ਕਿਸੇ ਸ਼ੈ ਦਾ ਵਪਾਰ ਕਰਦਾ ਹੈ, ਅਤੇ ਇੱਕ ਹੁੰਦੀ ਹੈ ਵਸਤੂ ਜਿਹਦਾ ਵਪਾਰ ਕੀਤਾ ਜਾਂਦਾ ਹੈ। ਸਤਿਗੁਰੂ ਫਰਮਾਉਂਦੇ ਹਰ ਰਾਸ ਮੇਰੀ ਮਨ ਵਣਜਾਰਾ, ਕਿ ਜਿਹੜਾ ਹਰੀ ਪਰਮੇਸ਼ਰ ਹੈ ਅਥਵਾ ਹਰੀ ਪਰਮੇਸ਼ਰ ਦਾ ਜੋ ਨਾਮ ਹੈ ਉਹ ਰਾਸ ਪੂੰਜੀ ਹੈ, ਜਿਹਦਾ ਵਪਾਰ ਕਰਨਾ ਹੈ। ਤੇ ਵਪਾਰ ਕਰਨਾ ਕਿਹਨੇ ਹੈ? ਮਨ ਵਣਜਾਰਾ। ਜਿਹੜਾ ਸਾਡਾ ਮਨ ਹੈ ਇਸ ਨੇ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨਾ ਹੈ। ਕਿਵੇਂ ਕਰਨਾ ਹੈ? ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਇਹ ਰਾਸ ਸਾਨੂੰ ਮਿਲੀ ਕਿੱਥੋਂ? ਇਹ ਪਤਾ ਕਿੱਥੋਂ ਲੱਗਾ ਕਿ ਇਹ ਸਾਡਾ ਮਨ ਵਣਜਾਰਾ ਹੈ ਤੇ ਇਹ ਰਾਸ ਸਾਡੇ ਪਾਸ ਪ੍ਰਾਪਤ ਹੈ? ਸਤਿਗੁਰ ਤੇ ਰਾਸ ਜਾਣੀ, ਸਤਿਗੁਰਾਂ ਤੋਂ ਇਹ ਰਾਸ ਪੂੰਜੀ ਪ੍ਰਾਪਤ ਹੋਈ। ਤੇ ਕਰਨਾ ਹੁਣ ਲਾਹਾ ਕਿਵੇਂ ਖੱਟਣਾ ਹੈ? ਹਰ ਹਰ ਨਿਤ ਜਪੇ ਹੋ ਜੀਓ ਹੋ, ਲਾਹਾ ਖੱਟੇ ਹੋ ਦਿਹਾੜੀ। ਜਿਵੇਂ ਦਿਹਾੜੀਦਾਰ ਮਿਹਨਤ ਕਰਕੇ ਤੇ ਲਾਹਾ ਖੱਟਦਾ ਹੈ ਮਾਇਆ ਦਾ, ਸਤਿਗੁਰਾਂ ਪਰਮੇਸ਼ਰ ਦੇ ਦਾਸ ਨੇ ਲਾਹਾ ਕਿਹੜਾ ਖੱਟਣਾ ਹੈ? ਹਰ ਹਰ ਨਿਤ ਜਪੇ ਹੋ ਜੀਓ ਹੋ। ਪਰਮੇਸ਼ਰ ਦਾ ਨਾਮ ਨਿਤਾ ਪ੍ਰਤੀ ਸਵਾਸ ਸਵਾਸ ਜਪਣਾ ਕਰੋ ਤੇ ਇਹ ਲਾਹਾ ਖੱਟਿਆ ਜਾਵੇਗਾ। ਇਹ ਜਿਹੜਾ ਵੀ ਨਾਮ ਤੁਸੀਂ ਮੁਖ ਦੇ ਉੱਤਰੋਂ ਉਚਾਰ ਲਿਆ ਤੇ ਸਾਡੇ ਕੰਨਾਂ ਨੇ ਸਰਵਣ ਕਰ ਲਿਆ, ਇਹ ਖਜ਼ਾਨੇ ਵਿੱਚ ਪੈ ਜਾਵੇਗਾ। ਇਹਾਂ ਖਾਟ ਚਲੋ ਹਰ ਲਾਹਾ, ਹਰ ਹਰ ਨਿਤ ਜਪੇ ਹੋ ਜੀਓ ਲਾਹਾ ਖੱਟੇ ਹੋ ਦਿਹਾੜੀ। ਇਹ ਦਿਹਾੜੀ ਦਾ ਲਾਹਾ ਖੱਟਣਾ ਹੈ, ਦਿਨ ਰਾਤ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਹੈ। ਇਹਾਂ ਖਾਟ ਚਲੋ ਹਰ ਲਾਹਾ, ਇਹ ਜਿਹੜਾ ਲਾਹਾ ਹੈ ਖੱਟ ਕੇ ਜਾਣਾ ਹੈ ਇਸ ਸੰਸਾਰ ਤੋਂ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਛੇਤੀ ਕਰ ਜਾਹੇ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਰਾਮ ਦਾ ਨਾਮ ਜਪ ਲਾ ਹਿਰਦੇ ਮਾਹੇ, ਆਪਣੇ ਹਿਰਦੇ ਦੇ ਅੰਦਰ। ਇਹਾਂ ਖਾਟ ਚਲੋ ਹਰ ਲਾਹਾ, ਹਰੀ ਦਾ ਨਾਮ ਜਪ ਹਿਰਦੇ ਮਾਹੇ, ਕੀ ਹੋਵੇਗਾ? ਨਾਨਕ ਪਤ ਛੇਤੀ ਘਰ ਜਾਹੇ, ਆਗੇ ਬਸਣ ਸੁਹੇਲਾ। ਇਹ ਵੀ ਆਪਾਂ ਬਚਨ ਸਰਵਣ ਕਰਦੇ ਹਾਂ। ਆਗੇ ਬਸਣ ਸੁਹੇਲਾ, ਅੱਗੇ ਬਸਣਾ ਤੇਰਾ ਸੌਖਾ ਹੋ ਜਾਵੇਗਾ। ਨਾਨਕ ਪਤ ਛੇਤੀ ਘਰ ਜਾਹੇ, ਇਹ ਤੇਰੀ ਇੱਜ਼ਤ ਬਣੀ ਰਹੇਗੀ ਤੇ ਘਰ ਤੂੰ ਪਹੁੰਚ ਜਾਵੇਂਗਾ ਆਪਣੇ ਨਿਜ ਘਰ ਦੇ ਅੰਦਰ। ਜਿਹੜਾ ਨਿਜ ਘਰ ਕਿਹੜਾ? ਇਸ ਜੀਵ ਦਾ ਆਤਮਾ ਦਾ, ਉਹ ਪਰਮਾਤਮਾ ਦੇ ਅੰਦਰ ਲੀਨ ਹੋ ਜਾਣਾ। ਜਿਵੇਂ ਇੱਕ ਸਮੁੰਦਰ, ਤੇ ਸਮੁੰਦਰ ਚੋਂ ਪਾਣੀ ਬੱਦਲ ਬਣ ਕੇ ਭਾਫ ਬਣ ਕੇ ਉੱਡਦਾ ਹੈ, ਬੱਦਲ ਬਣ ਕੇ ਤੇ ਕਿਤੇ ਦੂਰ ਜਾ ਕਰਕੇ ਧਰਤੀ ਤੇ ਵਸ ਜਾਂਦਾ ਹੈ, ਪਰ ਉਹਦਾ ਘਰ ਕਿਹੜਾ ਹੈ? ਉਸਨੇ ਫਿਰ ਨਦੀਆਂ ਚੋਂ ਵਹਿ ਕੇ ਤੇ ਸਮੁੰਦਰ ਦੇ ਵਿੱਚ ਹੀ ਰਲਣਾ ਹੈ। ਪਰਮਾਤਮਾ ਸਮੁੰਦਰ ਦੀ ਨਿਆਈ, ਜਿਹੜੀ ਆਤਮਾ ਹੈ ਉਸ ਸਮੁੰਦਰ ਦੀ ਇੱਕ ਛੱਲ ਦੀ ਨਿਆਈ, ਤੇ ਉਸ ਛੱਲ ਨੇ ਸਮਾਉਣਾ ਕਿੱਥੇ ਹੈ? ਪਾਣੀ ਦੀ ਨਿਆਈ। ਉਹ ਘਰ ਉਹਦਾ ਸਮੁੰਦਰ ਹੀ ਹੈ। ਇਸ ਜੀਵ ਦਾ ਘਰ ਇਹ ਸਮੁੰਦਰ ਪਰਮੇਸ਼ਰ ਦੇ ਵਿੱਚ ਸਮਾਉਣਾ ਹੀ ਹੈ। ਨਾਨਕ ਪਤ ਛੇਤੀ ਘਰ ਜਾਹੇ, ਕਿਵੇਂ ਜਾਵਾਂਗੇ? ਇਹਾਂ ਖਾਟ ਚਲੋ ਹਰ ਲਾਹਾ। ਜੇ ਇੱਥੇ ਲਾਹਾ ਖੱਟਿਆ ਹੋਊਗਾ ਤਾਂ ਹੀ ਫਿਰ ਅੱਗੇ ਇਹ ਬਸਣਾ ਸੌਖਾ ਹੋ ਜਾਵੇਗਾ। ਆਗੇ ਬਸਣ ਸੁਹੇਲਾ। ਸਾਧ ਸੰਗਤ, ਜਿਸ ਪ੍ਰਕਾਰ ਦੇ ਨਾਲ ਤੀਰ ਆਪਣੇ ਹੱਥ ਵਿੱਚ ਫੜਿਆ ਹੋਵੇ, ਉਹ ਆਪਣੇ ਤੀਰ ਪਾਸ ਤਾਂ ਹੈ ਪਰ ਉਹ ਆਪਣੇ ਚੁਭਿਆ ਨਹੀਂ, ਲੱਗਾ ਨਹੀਂ। ਜਿਸ ਸਮੇਂ ਤੀਰ ਲੱਗ ਜਾਵੇਗਾ ਅਸਰ ਉਸ ਦਾ ਉਦੋਂ ਹੋਵੇਗਾ। ਸਾਧ ਸੰਗਤ, ਇਸੇ ਪ੍ਰਕਾਰ ਆਪਣੇ ਕੋਲ ਸਤਿਗੁਰਾਂ ਦੀ ਪਵਿੱਤਰ ਬਾਣੀ ਹੈ। ਗੁਰਬਾਣੀ ਨੂੰ ਆਪਾਂ ਮੱਥਾ ਰੋਜ਼ ਟੇਕਦੇ ਹਾਂ, ਸਤਿਕਾਰ ਕਰਦੇ ਹਾਂ, ਗੁਰਬਾਣੀ ਆਪਣੇ ਪਾਸ ਹੈ। ਪਰ ਜਦੋਂ ਤੱਕ ਇਹ ਗੁਰਬਾਣੀ ਲੱਗਦੀ ਨਹੀਂ ਨਾ ਸੀਨੇ ਦੇ ਅੰਦਰ ਤੀਰ ਬਣ ਕੇ, ਤੇ ਉਤਨਾ ਚਿਰ ਇਹਦਾ ਅਸਰ, ਫਿਰ ਜਦੋਂ ਤੱਕ ਇਹਨੂੰ ਆਪਾਂ ਆਪਣੇ ਅੰਦਰ ਨਹੀਂ ਖੁਬੋ ਲੈਂਦੇ, ਇਹਦਾ ਅਸਰ ਨਹੀਂ ਹੋਣਾ। ਇਤ ਤਨ ਲੱਗੈ ਬਾਣੀਆਂ। ਬਾਣੀ ਸਤਿਗੁਰ ਕਹਿੰਦੇ ਵੀ ਜਿਹਦੇ ਤਨ ਨੂੰ ਲੱਗ ਗਈ, ਜਿਵੇਂ ਤੀਰ ਲੱਗਦਾ ਹੈ, ਬਾਣੀ ਜਿਹਦੇ ਤਨ ਨੂੰ ਲੱਗ ਗਈ, ਇਤ ਤਨ ਲੱਗੈ ਬਾਣੀਆਂ, ਫਿਰ ਕੀ ਹੋਵੇਗਾ? ਸੁਖ ਹੋਵੇ ਸੇਵ ਕਮਾਣੀਆਂ। ਫਿਰ ਇਹ ਸੇਵਾ ਕਮਾ ਕਰਕੇ ਤੇ ਸੁਖ ਦੇ ਸਹਿਤ ਵਸ ਜਾਵੇਗਾ, ਤੇ ਇਹਨੂੰ ਪ੍ਰਤੀਤ ਹੋ ਜਾਵੇਗਾ ਸਭ ਦੁਨੀਆ
ਆਵਣ ਜਾਣੀਆਂ, ਕਿ ਸਾਰੀ ਦੁਨੀਆ ਆਉਣ ਜਾਣ ਹੀ ਹੈ, ਸੁਪਨੇ ਦੀ ਨਿਆਈ ਹੀ ਹੈ। ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਤ ਆਸਣ ਹਮ ਬੈਠੇ ਕਿਤੇ ਬੈਸ ਗਿਆ। ਜਿਹੜੇ ਆਸਣ ਤੇ ਅਸੀਂ ਬੈਠੇ ਕਿਤਨੇ ਕੀ ਪਤਾ ਇੱਥੋਂ ਹੋ ਕਰਕੇ ਚਲੇ ਗਏ। ਸਭ ਦੁਨੀਆ ਆਵਣ ਜਾਣੀਆਂ, ਤੇ ਕੀ ਕਰ ਫਿਰ ਵਿੱਚ ਦੁਨੀਆ ਸੇਵ ਕਮਾਈਐ। ਸੰਤ ਟਹਿਲ ਕੀ ਬੇਲਾ ਅਤੇ ਈਹਾ ਖਾਟ ਚਲੋ ਹਰ ਲਾਹਾ। ਵਿੱਚ ਦੁਨੀਆ ਸੇਵ ਕਮਾਈਐ, ਫਿਰ ਕੀ ਹੋਊਗਾ? ਤਾਂ ਦਰਗਹ ਬੈਸਣ ਪਾਈਐ। ਆਗੇ ਬਸਣ ਸੁਹੇਲਾ, ਦਰਗਾਹ ਦੇ ਅੰਦਰ ਵਸੇਵਾ ਹੋ ਜਾਵੇਗਾ। ਆਗੇ ਬਸਣ ਸੁਹੇਲਾ, ਵਸਣਾ ਸੌਖਾ ਹੋ ਜਾਵੇਗਾ। ਫਿਰ ਬਚਨ ਸਰਵਣ ਕਰੀਏ। ਵਿੱਚ ਦੁਨੀਆ ਸੇਵ ਕਮਾਈਐ, ਕਿਉਂ ਜੀ? ਤਾਂ ਦਰਗਹ ਬੈਸਣ ਪਾਈਐ, ਦਰਗਾਹ ਦੇ ਅੰਦਰ ਬੈਸਣਾ ਸਾਡਾ ਇਹ ਆਗਿਆ ਬਸਣ ਸੁਹੇਲਾ ਹੋ ਜਾਵੇਗਾ। ਕਹੋ ਨਾਨਕ ਬਾਹ ਲੁਡਾਈਐ। ਫਿਰ ਇਹ ਬਾਹ ਲੁਡਾ ਕਰਕੇ ਚੱਲਣਾ ਹੈ ਨਾ, ਕਿ ਜਿਵੇਂ ਜੇਕਰ ਆਪਾਂ ਬਗਾਨੇ ਸ਼ਹਿਰ ਦੇ ਅੰਦਰ ਹੋਈਏ ਤੇ ਉੱਥੇ ਜੇਕਰ ਆਪਣੇ ਜੇਬ ਦੇ ਅੰਦਰ ਕੋਈ ਧੇਲਾ ਪੈਸਾ ਨਾ ਹੋਵੇ, ਇਹ ਚਿੰਤਾ ਫਿਕਰ ਬਣੀ ਰਹਿੰਦੀ ਹੈ ਕਿ ਰਾਤ ਕਿੱਥੇ ਕੱਟਾਂਗੇ, ਕਿਸ ਪ੍ਰਕਾਰ ਦੇ ਨਾਲ ਕੱਟਾਂਗੇ ਤੇ ਘਰ ਵਾਪਸੀ ਕਿਵੇਂ ਹੋਏਗੀ। ਪਰ ਜਿਸ ਸਮੇਂ ਆਪਣੀ ਜੇਬ ਅੰਦਰ ਧੇਲਾ ਪੈਸਾ ਕੁਝ ਹੋਵੇ ਨਾ, ਤੇ ਫਿਰ ਇਹ ਫਿਕਰ ਨਹੀਂ ਹੁੰਦੀ ਕਿ ਕੀ ਖਾਵਾਂਗੇ ਤੇ ਕਿੱਥੇ ਰਾਤ ਕੱਟਾਂਗੇ ਤੇ ਵਾਪਸ ਕਿਵੇਂ ਹੋਵਾਂਗੇ। ਬੰਦਾ ਬਾਹ ਲੁਡਾਏ, ਬਾਹਾਂ ਇਹ ਹਲਾ ਕਰਕੇ ਚੱਲਦਾ ਹੈ ਕਿ ਬੇਪਰਵਾਹੀ ਦੇ ਨਾਲ। ਸਤਿਗੁਰਾਂ ਨੇ ਬਖਸ਼ਿਸ਼ ਕਰਦੀ ਤੇ ਕਹੋ ਨਾਨਕ ਬਾਹ ਲੁਡਾਈਏ। ਇਸ ਸੰਸਾਰ ਦੇ ਅੰਦਰ ਬੇਫਿਕਰ ਹੋ ਕਰਕੇ ਤੂੰ ਕਦੋਂ ਚੱਲ ਸਕੇਗਾ? ਜਿਸ ਸਮੇਂ ਤੇਰੇ ਪਾਸ ਇਹਾਂ ਖਾਟ ਚੱਲੋ ਹਰ ਲਾਹਾ। ਜੇਕਰ ਤੂੰ ਇਸ ਸੰਸਾਰ ਦੇ ਅੰਦਰ ਲਾਹਾ ਖੱਟਿਆ ਹੋਵੇਗਾ, ਤੇਰੇ ਪਾਸ ਨਾਮ ਦਾ ਖਜ਼ਾਨਾ ਹੋਵੇਗਾ, ਤੇ ਤੂੰ ਵੀ ਇਸ ਸੰਸਾਰ ਦੇ ਅੰਦਰ ਫਿਰ ਬੇਫਿਕਰ ਹੋ ਕਰਕੇ ਤੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕੇਗਾ। ਨਹੀਂ ਤੇ ਸੰਸਾਰੀ ਜੀਵਾਂ ਵਾਂਗੂ ਸਾਰੀ ਜ਼ਿੰਦਗੀ ਹੀ ਤੇਰੀ ਚਿੰਤਾ ਤੌਖਲਿਆਂ ਦੇ ਵਿੱਚ ਹੀ ਲੰਘ ਜਾਵੇਗੀ। ਅੱਗੇ ਬਸਣ ਸੁਹੇਲਾ ਤਾਂ ਹੀ ਹੋਵੇਗਾ ਇਹਾਂ ਖਾਟ ਚਲੋ ਹਰ ਲਾਹਾ, ਜੇ ਇੱਥੇ ਲਾਹਾ ਖੱਟ ਕਰਕੇ ਤੇ ਆਪਾਂ ਜਾਵਾਂਗੇ। ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਔਦ ਘਟੈ ਦਿਨ ਸਰੈ ਨਾਰੇ, ਦਿਨਸ ਤੇ ਰਹਿ ਨਾਰੇ, ਦਿਨ ਅਤੇ ਰਾਤ ਕਰਕੇ ਔਦ ਘਟੈ, ਜਿਹੜੀ ਉਮਰ ਹੈ ਇਹ ਘਟ ਰਹੀ ਹੈ। ਔਦ ਘਟੈ, ਔਦ ਕਿਵੇਂ ਘਟ ਰਹੀ ਹੈ? ਉਮਰ ਦਿਨ ਰਾਤ ਕਰਕੇ ਘਟ ਰਹੀ ਹੈ। ਸਤਿਗੁਰਾਂ ਨੇ ਬਖਸ਼ਿਸ਼ ਕਰਤਾ ਨਾ, ਕਿਉਂਕਿ ਅੱਜ ਕੱਲ੍ਹ ਥੋੜ੍ਹਾ ਜ਼ਿਆਦਾ ਹੀ ਚੱਲ ਪਿਆ ਹੈ ਕਿ ਜਿਸ ਸਮੇਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਕਿਸੇ ਬੱਚੇ ਦਾ, ਚਲੋ ਅੱਜ ਕੱਲ੍ਹ ਤਾਂ ਬਜ਼ੁਰਗ ਦਾ ਵੀ ਬੜਾ ਰੌਲੇ ਰੱਪੇ ਦੇ ਨਾਲ ਮਨਾਉਂਦੇ ਹਨ। ਸਤਿਗੁਰੂ ਬਖਸ਼ਿਸ਼ ਕਰਦੇ ਕਿ ਜਿਵੇਂ ਜਨਨੀ ਜਿਹੜੀ ਇਸਤਰੀ ਮਾਂ ਹੈ, ਇਹ ਆਪਣੇ ਬੱਚੇ ਦੇ ਜਨਮ ਦਿਨ ਵਾਲੇ ਦਿਨ ਇਹ ਜਾਣਦੀ ਹੈ, ਇਹ ਸਮਝਦੀ ਹੈ ਕਿ ਮੇਰੇ ਬੱਚੇ ਦਾ ਇਹ ਵੱਡਾ ਹੋ ਗਿਆ ਹੈ, ਬੱਚਾ 1 ਸਾਲ ਵੱਡਾ ਹੋ ਗਿਆ ਹੈ। ਇਸ ਪ੍ਰਕਾਰ ਦੇ ਨਾਲ ਵਧਾਈਆਂ ਉਸ ਨੂੰ ਮਿਲਦੀਆਂ ਹਨ, ਵਧਾਈਆਂ ਦਿੰਦੀ ਹੈ ਕਿ ਮੇਰਾ ਬੱਚਾ 1 ਸਾਲ ਵੱਡਾ ਹੋ ਗਿਆ ਹੈ। ਪਰ ਸਤਿਗੁਰੂ ਫਰਮਾਉਂਦੇ ਵਿਚਾਰੀ ਇਸਤਰੀ ਇਹ ਇਤਨਾ ਕੁ ਨਹੀਂ ਜਾਣਦੀ। ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਜਨਨੀ ਇਹ ਮਾਂ ਸੋਚਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਇੰਨਾ ਕੁ ਨਹੀਂ ਵਿਚਾਰੀ ਜਾਣਦੀ ਕਿ ਦਿਨ ਦਿਨ ਕਰਕੇ ਉਮਰ ਘਟ ਰਹੀ ਹੈ। ਮਾਨੋ ਵੀ ਜੇ ਕਿਸੇ ਜੀਵ ਦੀ 60 ਸਾਲ 80 ਸਾਲ ਕਿਸੇ ਜੀਵ ਦੀ ਉਮਰ ਹੈ, ਤੇ ਜੇ ਉਸ ਦੇ ਵਿੱਚੋਂ 20 ਸਾਲ ਹੋ ਗਏ ਪੂਰੇ, 21ਵਾਂ ਚੜ ਗਿਆ, ਤੇ ਮਗਰ ਕਿੰਨੇ ਰਹਿ ਗਏ ਜੀ? 40 ਰਹਿ ਗਏ, 60 ਰਹਿ ਗਏ, ਮਗਰ 80 ਦੇ ਵਿੱਚੋਂ 60 ਰਹਿ ਗਏ, 20 ਬਤੀਤ ਹੋ ਗਏ। ਦੱਸੋ ਫਿਰ ਉਮਰ ਵਧੀ ਕਿ ਘਟ ਗਈ? ਜੇ 80 ਸਾਲ ਜੀਣਾ ਸੀ, ਵਿੱਚੋਂ 20 ਕੱਟੇ ਗਏ, ਮਗਰ 60 ਬਚੇ, ਉਮਰ ਘਟ ਗਈ। ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਦਿਨ ਦਿਨ ਕਰਕੇ ਉਮਰ ਉਸ ਦੀ ਘਟ ਰਹੀ ਹੈ। ਤੇ ਕੀ ਕਰਦੀ ਹੈ? ਆਪਣੇ ਬੱਚੇ ਨੂੰ ਫਿਰ ਪ੍ਰੇਮ ਕਰਦੀ ਹੈ ਨਾ, ਇਹ ਕਿ ਮੇਰਾ ਪੁੱਤਰ, ਇਹ ਮੇਰਾ ਪੁੱਤਰ। ਇਸ ਪ੍ਰਕਾਰ ਦੇ ਨਾਲ ਆਪਣੇ ਪੁੱਤਰ ਨੂੰ ਪ੍ਰੇਮ ਕਰਦੀ ਹੈ। ਪਰ ਸਤਿਗੁਰੂ ਕਹਿੰਦੇ ਮੋਰ ਮੋਰ ਕਰ ਅਧਿਕ ਲਾਡ ਧਰ, ਉਸ ਨੂੰ ਅਨੇਕਾਂ ਪ੍ਰਕਾਰ ਦੇ ਨਾਲ ਲਾਡ ਕਰਦੀ ਹੈ। ਪੇਖਤ ਹੀ ਜਮਰਾਓ ਹਸੈ, ਉਸ ਮਾਂ ਨੂੰ ਵੇਖ ਕਰਕੇ ਤੇ ਜਮਰਾਜ ਹੱਸਦਾ ਹੈ ਕਿ ਵਿਚਾਰੀ ਨੂੰ ਇਤਨਾ ਕੁ ਨਹੀਂ ਪਤਾ ਕਿ ਇਸ ਦੀ ਉਮਰ ਘਟਦੀ ਤੇ ਮੈਂ ਇਸ ਨੂੰ ਕਿਸੇ ਦਿਨ ਇਹ ਮੇਰੀ ਗੋਦੀ ਦੇ ਵਿੱਚ ਆ ਜਾਣਾ ਹੈ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਔਦ ਘਟੈ ਦਿਨ ਸਰੈ ਨਾਰੇ। ਜਿਸ ਪ੍ਰਕਾਰ ਦੇ ਨਾਲ ਭਗਤ ਫਰੀਦ ਸਾਹਿਬ ਜੀ ਦਾ ਬਚਨ ਕਿ ਜਿਸ ਪ੍ਰਕਾਰ ਦੇ ਨਾਲ ਕੋਈ ਮਨੁੱਖ ਇਹ ਚਾਹੇ ਕਿ ਮੈਂ ਕੋਠੇ ਦੇ ਉੱਪਰ ਦੌੜ ਕੇ ਤੇ ਕਾਫੀ ਲੰਮਾ ਸਮਾਂ ਦੌੜ ਲਵਾਂਗਾ, ਪਰ ਕੋਠੇ ਦੇ ਉੱਪਰ ਕਿਤਨਾ ਕੁ ਸਮਾਂ ਕੋਈ ਦੌੜ ਸਕਦਾ ਹੈ? 2-4 ਛਲਾਂਗਾ ਮਾਰੇਗਾ ਤੇ ਕੋਠਾ ਖਤਮ ਹੋ ਜਾਵੇਗਾ।
ਇਸ ਪ੍ਰਕਾਰ ਦੇ ਨਾਲ ਹੀ ਇਹ ਜੀਵਨ ਹੈ। ਇਹ ਕੋਠੇ ਦੀ ਦੌੜ ਦੇ ਨਿਆਈ ਹੈ। ਕੋਠੇ ਦੇ ਉੱਪਰ ਕਿਤਨਾ ਕੁ ਚਿਰ ਕੋਈ ਦੌੜ ਲਵੇਗਾ, ਅੰਤ ਛੇਤੀ ਹੀ ਨਜ਼ਦੀਕ ਹੀ ਹੈ। ਫਰੀਦਾ ਕੋਠੇ ਧੁਕਣ ਕੇਤੜਾ ਫਿਰ ਨੀਂਦੜੀ ਨਿਵਾਰ। ਇਹ ਕੋਠੇ ਦੇ ਉੱਪਰ ਤੂੰ ਕਿੰਨਾ ਕੁ ਚਿਰ ਭੱਜ ਲਵੇਂਗਾ, ਇਹ ਜੀਵਨ ਕਿੰਨਾ ਕੁ ਚਿਰ ਤੂੰ ਜੀ ਲਵੇਂਗਾ। ਫਿਰ ਨੀਂਦੜੀ ਨਿਵਾਰ, ਤੂੰ ਫਿਰ ਸਤਿਗੁਰਾਂ ਬਾਬਤ ਤੂੰ ਸੁੱਤਾ ਹੋਇਆ ਹੈ, ਸਤਿਗੁਰਾਂ ਪਾਸੋਂ ਤੂੰ ਸੁੱਤਾ ਹੋਇਆ ਹੈ। ਤੂੰ ਜਾਗ, ਆਪਣੀ ਨੀਂਦ ਨੂੰ ਖੋਲ। ਜੋ ਦੇਹ ਲੱਦੇ ਗਾਣਵੇ, ਜਿਹੜੇ ਗਿਣਵੇਂ ਤੈਨੂੰ ਲੱਭੇ ਸੀ ਨਾ ਇਹ ਦਿਨ ਜ਼ਿੰਦਗੀ ਦੇ, ਜੋ ਦੇਹ ਲੱਦੇ ਗਾਣਵੇ ਗਏ ਵਿਲਾੜ। ਉਹ ਤਾਂ ਛਾਲਾ ਮਾਰ ਕੇ ਲੰਘੀ ਜਾ ਰਹੇ ਹਨ। ਕੋਠੇ ਦੇ ਉੱਪਰ ਕਿਤਨਾ ਕੁ ਚਿਰ ਦੌੜ ਲਵੇਂਗਾ। ਜਿਹੜੇ ਗਿਣਤੀ ਦੇ ਦਿਨ ਇਹ ਪੂਰੇ ਹੋ ਹੀ ਜਾਣੇ ਹਨ। ਔਦ ਘਟੈ ਦਿਨ ਸਰੈ ਨਾਰੇ, ਦਿਨ ਰਾਤ ਕਰਕੇ ਉਮਰ ਘਟ ਰਹੀ ਹੈ। ਚੇਤਨਾ ਹੈ ਤਉ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਸਤਿਗੁਰਾਂ ਨੇ ਅੱਜ ਸਵੇਰੇ ਅੰਮ੍ਰਿਤ ਵੇਲੇ ਹੁਕਮਨਾਮੇ ਸਾਹਿਬ 'ਚ ਵੀ ਬਖਸ਼ਿਸ਼ ਕਰ ਦਿੱਤੀ। ਚੇਤਨਾ ਹੈ ਤਉ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਦਿਨ ਰਾਤ ਕਰਕੇ ਜੇ ਚੇਤਨਾ ਤਾਂ ਉਸ ਪਰਮੇਸ਼ਰ ਨੂੰ ਚੇਤ ਲਾ। ਔਦ ਘਟੈ ਦਿਨ ਸਰੈ ਨਾਰੇ, ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਕਿ ਜਿਸ ਪ੍ਰਕਾਰ ਦੇ ਨਾਲ ਘੜੇ ਨੂੰ ਤਰੇੜ ਆਈ ਹੋਵੇ ਤੇ ਘੜੇ ਦੇ ਅੰਦਰੋਂ ਫਿਰ ਪਾਣੀ ਸਿਮ ਕਰਕੇ ਤੇ ਨਿਕਲ ਜਾਂਦਾ ਹੈ ਛੇਤੀ ਹੀ। ਗੁਰਸਿੱਖਾ, ਤੇਰੇ ਜੀਵਨ ਨੂੰ ਤਾਂ ਤਰੇੜ ਉਸੇ ਦਿਨ ਹੀ ਆ ਗਈ ਸੀ ਜਿਸ ਦਿਨ ਤੂੰ ਜੰਮ ਪਿਆ ਸੀ ਇਸ ਸੰਸਾਰ ਦੇ ਅੰਦਰ। ਉਸ ਦਿਨ ਤੂੰ ਹੀ ਤੇਰਾ ਪਾਣੀ ਰਿਸਣਾ ਸ਼ੁਰੂ ਹੋ ਗਿਆ ਸੀ। ਛਿਨ ਛਿਨ ਔਦ ਵਿਹਾਤ ਹੈ, ਫੂਟੇ ਘਟ ਜਿਉ ਪਾਣੀ। ਤੇ ਕਿਤਨਾ ਕੁ ਚਿਰ ਟਿਕ ਸਕੇਗਾ ਪਾਣੀ ਇਸ ਜੀਵਨ, ਇਸ ਦੇਹ ਰੂਪੀ ਘੜੇ ਦੇ ਅੰਦਰ। ਕੀ ਕਰ, ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਔਦ ਘਟੈ ਦਿਨ ਸਰੈ ਨਾਰੇ, ਦਿਨ ਰਾਤ ਕਰਕੇ ਉਮਰ ਘਟ ਰਹੀ ਹੈ। ਦਿਨ ਤੇ ਪਹਿਰ ਤੇ ਘਰੀਆ, ਆਵ ਘਟੈ ਤਨ ਛੀਜੈ। ਉਮਰ ਘਟ ਰਹੀ ਹੈ ਤੇ ਤਨ ਛੀਜੈ, ਛੀਣਹੀਣ ਹੋ ਰਿਹਾ ਹੈ ਦਿਨ ਬਦਿਨ ਕਰਕੇ। ਤੇ ਇਸ ਕਰਕੇ ਕੀ ਕਰ, ਇੱਕ ਕੰਮ ਕਰ ਤੂੰ ਮਨ, ਹੇ ਮਨ ਕੀ ਕਰ, ਗੁਰ ਮਿਲ ਕਾਜ ਸਵਾਰੇ। ਤੂੰ ਪਰਮੇਸ਼ਰ ਨੂੰ, ਸਤਿਗੁਰਾਂ ਨੂੰ ਮਿਲ ਕਰਕੇ ਗੁਰ ਮਿਲ ਕਾਜ ਸਵਾਰੇ ਤੇ ਆਪਣਾ ਕਾਰਜ ਸਵਾਰ ਲੈ। ਇਸ ਸੰਸਾਰ ਦੇ ਅੰਦਰ ਆਇਆ ਹੈ ਨਾ ਜਿਸ ਕਾਰਜ ਵਾਸਤੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜਾ ਕਾਰਜ ਵਾਸਤੇ ਤੂੰ ਆਇਆ ਹੈ ਨਾ, ਇਸ ਨੂੰ ਮਿਲ ਕੇ, ਸਤਿਗੁਰਾਂ ਨੂੰ ਮਿਲ ਕੇ ਤੇ ਸਵਾਰ ਲਾ, ਇਹ ਕਾਰਜ ਕਰ ਲਾ। ਆਪਾਂ ਸਾਧ ਸੰਗਤ ਅਕਸਰ ਇਹ ਆਪਾਂ ਵੀ ਕਰਦੇ ਹੀ ਹਾਂ ਕਿ ਜਿਸ ਸਮੇਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਨਾ ਤੇ ਉਸ ਦੇ ਭੋਗ ਤੇ ਮਕਾਨ ਤੇ ਬੈਠ ਕਰਕੇ ਫਿਰ ਇਹ ਵਿਚਾਰਾ ਕਰਦੇ ਹਾਂ ਕਿ ਬੜਾ ਮਿਹਨਤੀ ਸੀ ਇਹ ਜੀਵ, ਇਹਨੇ ਕਾਰਜ ਸਵਾਰਿਆ ਆਪਣੇ ਘਰ ਦਾ, ਬੜੀ ਜਾਇਦਾਦ ਇਕੱਠੀ ਕਰ ਲਈ, ਧੀਆਂ ਪੁੱਤਰਾਂ ਨੂੰ ਨੌਕਰੀ ਤੇ ਲਵਾ ਗਿਆ, ਸੈੱਟ ਕਰ ਗਿਆ। ਇਸ ਪ੍ਰਕਾਰ ਇਸਨੇ ਬੜਾ ਕਾਰਜ ਸਵਾਰਿਆ ਆਪਣੇ ਘਰ ਦਾ। ਪਰ ਸਾਧ ਸੰਗਤ, ਆਪਾਂ ਜਪਜੀ ਸਾਹਿਬ ਦੇ ਅੰਦਰ ਇਹ ਰੋਜ਼ਾਨਾ ਨਿਤਨੇਮ ਵਿੱਚ ਬਾਣੀ 'ਚ ਬਚਨ ਪੜ੍ਹਦੇ ਹਾਂ। ਜੇ ਜੁਗ ਚਾਰੇ ਆਰਜਾ, ਤੇਰੀ ਤਾਂ ਉਮਰ ਕਿਤਨੀ 80 ਸਾਲ 100 ਸਾਲ ਹੋਵੇਗੀ ਵੱਧ ਤੋਂ ਵੱਧ। ਸਤਿਗੁਰੂ ਬਖਸ਼ਿਸ਼ ਕਰਦੇ, ਜੇ ਜੁਗ ਚਾਰੇ ਆਰਜਾ, ਜੇ ਚਾਰਾਂ ਜੁਗਾਂ ਜਿੰਨੀ ਤੇਰੀ ਉਮਰ ਹੋ ਜਾਵੇ, ਹੋਰ ਦਸੂਣੀ ਹੋਏ, ਜੇ ਇਸ ਤੋਂ ਚਾਰਾਂ ਜੁਗਾਂ ਤੋਂ ਵੀ 10 ਗੁਣਾ ਹੋਰ ਹੋ ਜਾਵੇ, ਨਵਾਂ ਖੰਡਾਂ ਵਿੱਚ ਜਾਣੀਐ। ਤੇ ਤੈਨੂੰ ਕੌਣ, ਕਿਤਨੇ ਕੁ ਜੀਵ ਜਾਣਦੇ ਹਨ ਇਸ ਸੰਸਾਰ ਤੇ? ਵੱਧ ਤੋਂ ਵੱਧ ਇੱਕ ਸ਼ਹਿਰ ਜਾਣ ਲਵੇਗਾ, ਇੱਕ ਦੇਸ਼ ਜਾਣ ਲਵੇਗਾ। ਸਤਿਗੁਰੂ ਫਰਮਾਉਂਦੇ ਨਵਾਂ ਖੰਡਾਂ ਵਿੱਚ ਜਾਣੀ ਹੈ। ਇਹ 9 ਖੰਡ ਪ੍ਰਿਥਵੀ ਦੇ, ਸ੍ਰਿਸ਼ਟੀ ਦੇ 9 ਖੰਡਾਂ ਦੇ ਵਿੱਚ ਜੇਕਰ ਤੂੰ ਜਾਣਿਆ ਵੀ ਜਾਣ ਲੱਗ ਪਿਆ, ਨਾਲ ਚੱਲੈ ਸਭ ਕੋਏ। ਹੁਣ ਤੇਰੇ ਨਾਲ ਕਿਤਨੇ ਕੁ ਜੀਵ ਚੱਲਦੇ ਹਨ ਨਾ, ਕਿਤਨੀਆਂ ਕੁ ਵੋਟਾਂ ਤੇਰੀਆਂ ਹਨ ਤੇਰੇ ਨਾਲ। ਮੰਨ ਲਓ ਵੀ ਇੱਕ ਦੇਸ਼ ਤੇਰੇ ਨਾਲ ਚੱਲ ਪਵੇਗਾ ਵੱਧ ਤੋਂ ਵੱਧ, ਪਰ ਸਤਿਗੁਰੂ ਬਖਸ਼ਿਸ਼ ਕਰਦੇ ਨਾਲ ਚੱਲੈ ਸਭ ਕੋਏ। ਸਾਰੀ ਸ੍ਰਿਸ਼ਟੀ ਦੇ ਜਿੰਨੇ ਵੀ ਜੀਵ ਹਨ ਜੇਕਰ ਤੇਰੇ ਨਾਲ ਵੀ ਚੱਲ ਪੈਣ, ਇਤਨੀ ਤੇਰੀ ਮਹਿਮਾ ਵਡਿਆਈ ਹੋ ਜਾਵੇ। ਚੰਗਾ ਨਾਮ ਰਖਾਏਗਾ, ਜਸ ਕੀਰਤ ਜਗਲੇ। ਤੂੰ ਆਪਦਾ ਚੰਗਾ ਨਾਮ ਰਖਾ ਕਰਕੇ ਤੇ ਜਸ ਕੀਰਤੀ, ਕੋਈ ਵੀ ਨਿੰਦਾ ਨਾ ਕਰੇ ਤੇ ਸਾਰੀ ਤੇਰੀ ਉਸਤਤੀ ਕਰਨ, ਸਾਰੇ ਤੇਰੇ ਮਗਰ ਚੱਲਣ, ਸਾਰੇ ਤੇਰੇ ਆਖੇ ਲੱਗਣ, ਤੇਰਾ ਹੁਕਮ ਸਾਰੀ ਸ੍ਰਿਸ਼ਟੀ ਤੇ ਚੱਲੇ। ਪਰ ਸਤਿਗੁਰੂ ਬਖਸ਼ਿਸ਼ ਕਰਦੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਉਸ ਜੇਕਰ ਪਰਮੇਸ਼ਰ ਦੀ ਨਜ਼ਰੀ ਹੇਠ ਨਹੀਂ ਨਾ ਆਇਆ, ਜੇ ਪਰਮੇਸ਼ਰ ਦੀ ਨਜ਼ਰ ਨਾ ਹੋਈ ਤਾਂ ਕਿਸੇ ਨੇ ਫਿਰ ਪਰਲੋਕ ਦੇ ਅੰਦਰ ਬਾਤ ਨਹੀਂ ਪੁੱਛਣੀ ਤੇਰੀ। ਇਹ ਸਤਿਗੁਰਾਂ ਦੀ ਨਜ਼ਰ ਕਿਸ ਪ੍ਰਕਾਰ ਨਾਲ ਹੋਵੇਗੀ? ਮਨ ਗੁਰ ਮਿਲ ਕਾਜ ਸਵਾਰੇ। ਜਿਹੜਾ ਤੂੰ ਕਾਰਜ ਕਰਨ ਵਾਸਤੇ ਆਇਆ ਹੈ ਨਾ, ਸੰਤ ਟਹਿਲ ਕੀ ਬੇਲਾ, ਤੇ ਇਹ ਜਿਹੜਾ ਜੀਵ ਆਤਮਾ ਪਰਮ ਆਤਮਾ ਦੇ ਅੰਦਰ ਸਮਾਉਣ ਵਾਲਾ ਜਿਹੜਾ ਤੇਰਾ ਕਾਰਜ ਹੈ, ਤੂੰ ਕੀ ਕਰ, ਇਹਨੂੰ ਸਵਾਰ ਲਾ। ਕਿਵੇਂ ਸਵਾਰੇਗਾ? ਗੁਰ ਮਿਲ ਕਾਜ ਸਵਾਰੇ। ਹੇ ਮਨ, ਗੁਰੂ ਨੂੰ ਮਿਲ ਕੇ ਤੂੰ ਆਪਣਾ ਇਹ ਕਾਰਜ ਸਵਾਰ ਲਾ।
ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਇਹੋ ਸੰਸਾਰ, ਇਹ ਜਿਹੜਾ ਸੰਸਾਰ ਦਿਖ ਰਿਹਾ ਹੈ ਨਾ, ਇਹ ਸੰਸਾਰ ਜਿਹੜਾ ਪਸਾਰਾ ਜਿਸ ਦੇ ਅੰਦਰ ਆਪਾਂ ਰਹਿ ਰਹੇ ਹਾਂ, ਸਤਿਗੁਰੂ ਫਰਮਾਉਂਦੇ ਬੇਕਾਰ, ਇਹ ਬੇਕਾਰ ਹੀ ਹੈ। ਇਸ ਨੇ ਤੇਰੇ ਕਿਸੇ ਕਾਜ ਦੇ ਵਿੱਚ ਤੇਰੇ ਕਾਰਜ ਨਹੀਂ ਆਉਣਾ। ਸੰਸੇ ਮੈਂ ਹੈ, ਤੇ ਇਹ ਸਾਰਾ ਸੰਸਾਰ ਸੰਸਿਆਂ ਦੇ ਵਿੱਚ ਹੀ ਇਹ ਇੱਥੇ, ਕਿਉਂਕਿ ਇਹਨੂੰ ਗਿਆਨ ਨਹੀਂ ਨਾ, ਇਸ ਨੂੰ ਜੀਵ ਆਤਮਾ ਨੂੰ ਜਦੋਂ ਤੱਕ ਪਰਮੇਸ਼ਰ ਦਾ ਉਤਨਾ ਚੱਕਰ ਇਹ ਸੰਸਿਆਂ ਦੇ ਵਿੱਚ ਹੀ ਰਹਿ ਕਰਕੇ, ਤੇ ਇਸ ਦਾ ਜੀਵਨ ਦਾ ਅਸਲੀ ਕਾਰਜ ਹੈ ਉਸ ਨੂੰ ਇਹ ਇੱਥੇ ਹੀ ਨਾ ਪੂਰਾ ਹੋਣ ਕਰਕੇ, ਤੇ ਇੱਥੇ ਹੀ ਇਹਦਾ ਜੀਵਨ ਸਮਾਪਤ ਹੋ ਜਾਵੇਗਾ, ਤੇ ਅੱਗੇ ਫਿਰ ਇਹਨੂੰ ਠੋਕਰਾਂ ਖਾਣੀਆਂ ਪੈਣਗੀਆਂ। ਇਹੋ ਸੰਸਾਰ ਬੇਕਾਰ ਸੰਸੇ ਮੈਂ ਹੈ, ਇਹ ਸੰਸੇ ਦੇ ਵਿੱਚ ਹੈ, ਇਸ ਨੂੰ ਗਿਆਨ ਨਹੀਂ। ਤੇ ਜਿਹੜਾ ਭਵਜਲ ਸੰਸਾਰ ਤੋਂ ਇਹ ਤਰਨਾ ਹੈ ਨਾ, ਕੌਣ ਤਰਦਾ ਹੈ? ਤਰਿਓ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਫਿਰ ਇਹ ਗਿਆਨ ਹੋ ਜਾਂਦਾ ਹੈ ਨਾ, ਜਿਨ੍ਹਾਂ ਦੇ ਸੰਸੇ ਤੌਖਲੇ ਖਤਮ ਹੋ ਜਾਂਦੇ ਹਨ, ਉਹੀ ਇਹਨਾਂ ਨੂੰ ਇਸ ਨੂੰ ਤਰ ਸਕਦੇ ਹਨ। ਅਥਵਾ ਜਿਨ੍ਹਾਂ ਨੂੰ ਉਹ ਪਰਮੇਸ਼ਰ ਤਾਰ ਦਿੰਦਾ ਹੈ ਬਾਹੋਂ ਫੜ ਕੇ, ਉਹੀ ਇਸ ਸੰਸਾਰ ਤੋਂ ਤਰ ਸਕਦੇ ਹਨ। ਤਰਿਓ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣਾ ਗਿਆਨ ਬਖਸ਼ਿਸ਼ ਕਰ ਦਿੱਤਾ। ਇਹੋ ਸੰਸਾਰ ਬੇਕਾਰ ਸੰਸੇ ਮਹਿ, ਜਿਹੜਾ ਸੰਸਾਰ ਹੈ ਸੰਸਿਆਂ ਦੇ ਵਿੱਚ ਫਸ ਕਰਕੇ, ਤੇ ਇਸ ਨੂੰ ਜਿਹੜਾ ਅਸਲੀ ਕੰਮ ਕਰਨਾ ਸੀ ਇਸ ਨੂੰ ਇਹ ਚੇਤਾ ਹੀ ਨਹੀਂ ਰਿਹਾ। ਭਾਈ ਗੁਰਦਾਸ ਜੀਆਂ ਦਾ ਪਵਿੱਤਰ ਕਵਿੱਤ, ਉਸ ਦੇ ਅੰਦਰ ਉਹਨਾਂ ਨੇ ਇਹ ਬਖਸ਼ਿਸ਼ ਕਰ ਦਿੱਤੀ। ਭਾਈ ਗੁਰਦਾਸ ਜੀਆਂ ਦੇ ਵਾਰਾਂ ਦੇ ਅੰਦਰ ਇਹ ਬਚਨ ਆਉਂਦਾ ਹੈ। ਉਹ 4 ਉਦਾਹਰਨਾਂ ਦਿੰਦੇ ਹਨ ਭਾਈ ਸਾਹਿਬ, ਕਿ ਜਿਸ ਪ੍ਰਕਾਰ ਦੇ ਨਾਲ ਤੇਲੀ ਦਾ ਜਿਹੜਾ ਬੈਲ ਹੁੰਦਾ ਹੈ, ਉਸ ਨੂੰ, ਉਹ ਜਿਹੜਾ ਤੇਲੀ ਹੈ ਉਸ ਨੂੰ ਜੋ ਜਿਉਂਦਾ ਹੈ, ਉਸ ਨੂੰ ਤੇਲ ਕੱਢਣ ਵਾਸਤੇ ਜੋ ਗੇੜੇ ਪਾਉਂਦਾ ਹੈ, ਤੇ ਉਸ ਨੂੰ ਲਗਾ ਕਰਕੇ ਉੱਥੇ, ਤੇ ਉਹਨਾਂ ਦੇ ਅੱਖਾਂ ਦੇ ਉੱਪਰ ਨਾ ਪੱਟੀਆਂ ਬੰਨ੍ਹਦਾ ਹੈ। ਪੱਟੀਆਂ ਜਿਸ ਸਮੇਂ ਬੰਨ੍ਹ ਦਿੰਦਾ ਹੈ ਤੇ ਬੈਲਾਂ ਨੂੰ ਛੱਡ ਦਿੰਦਾ ਹੈ, ਉਹ ਉਸ ਦੇ ਗੇੜੇ ਦੁਆਲੇ ਗੇੜੇ ਕੱਢਦੇ ਹਨ, ਤੁਰਦੇ ਹਨ। ਤੇ ਇਸ ਪ੍ਰਕਾਰ ਦੇ ਨਾਲ ਉਹ ਸਾਰੀ ਹੀ ਦਿਹਾੜੀ ਤੁਰੇ ਹੀ ਜਾਂਦੇ ਹਨ, ਇੱਕ ਜਗ੍ਹਾ ਤੇ ਹੀ ਚੱਕਰ ਕੱਟੀ ਜਾਂਦੇ ਹਨ, ਕਿਉਂਕਿ ਉਹ ਜਿਹੜਾ ਕੋਲੂ ਹੈ ਨਾ, ਉਹ ਗਿਰਦਾ ਹੈ ਉਸ ਤਰੀਕੇ ਦੇ ਨਾਲ। ਤੇ ਜਿਹੜੇ ਬੈਲ ਜਿਹੜੇ ਹਨ, ਇਹਨਾਂ ਨੂੰ ਐਂ ਭੁਲੇਖਾ ਹੁੰਦਾ ਹੈ ਕਿ ਅੱਜ ਤਾਂ ਅਸੀਂ ਕਿਤਨੀ ਦੂਰ ਹੀ ਨਿਕਲ ਆਏ ਹੋਵਾਂਗੇ ਘਰ ਤੋਂ, ਸਾਰਾ ਦਿਨ ਹੋ ਗਿਆ ਸਾਨੂੰ ਤੁਰਦਿਆਂ ਨੂੰ। ਪਰ ਜਿਸ ਸਮੇਂ ਅੱਖਾਂ ਤੋਂ ਪੱਟੀ ਖੋਲੀ ਜਾਂਦੀ ਹੈ ਨਾ ਉਹਨਾਂ ਦੇ, ਤੇ ਕੀ ਦੇਖਦੇ ਹਨ ਕਿ ਅਸੀਂ ਤਾਂ ਉੱਥੇ ਦੇ ਉੱਥੇ ਹੀ ਖੜੇ ਹਾਂ। ਇਹ ਪਹਿਲੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ। ਦੂਸਰੀ ਉਦਾਹਰਨ, ਜਿਸ ਪ੍ਰਕਾਰ ਦੇ ਨਾਲ ਇੱਕ ਅੰਨਾ ਮਨੁੱਖ, ਉਹ ਰੱਸੀ ਵੱਟਣ ਲੱਗ ਪਿਆ, ਤੇ ਪਿਛਲੇ ਬੰਨੇ ਉਹਦਾ ਵੱਛਾ ਖੁੱਲਾ ਸੀ, ਤੇ ਉਹ ਰੱਸੀ ਵੱਟੀ ਜਾਂਦਾ, ਤੇ ਪਿੱਛੇ ਉਹਦਾ ਵੱਛਾ ਖਾਈ ਜਾਂਦਾ। ਉਹ ਮਨੁੱਖ ਅੰਨਾ ਉਸ ਨੂੰ ਦਿਸ ਨਹੀਂ ਸੀ ਰਿਹਾ। ਤੇ ਸ਼ਾਮ ਤੱਕ ਉਸਨੇ ਸੋਚਿਆ ਕਿ ਅੱਜ ਤਾਂ ਸਾਰਾ ਦਿਨ ਹੋ ਗਿਆ, ਰੱਸੀ ਵੱਟੀ ਜਾ ਰਿਹਾ ਹਾਂ, ਇਹ ਕਾਫੀ ਲੰਮੀ ਰੱਸੀ ਵੱਟੀ ਗਈ ਹੋਵੇਗੀ, ਤੇ ਇਹਨਾਂ ਚਲੋ ਧਨ ਕਾਫੀ ਪ੍ਰਾਪਤ ਹੋ ਜਾਵੇਗਾ ਇਸ ਨੂੰ ਵੇਚ ਕਰਕੇ। ਪਰ ਜਿਸ ਸਮੇਂ ਉਸਨੇ ਵੇਖਿਆ ਪਿੱਛੇ ਤੱਕ, ਤਾਂ 1-2 ਫੁੱਟ ਹੀ ਰੱਸੀ ਸੀ, ਸਾਰੀ ਬਾਕੀ ਰੱਸੀ ਵੱਛਾ ਹੀ ਖਾ ਗਿਆ ਉਸਦਾ। ਮਿਹਨਤ ਉਸਦੀ ਨਿਫਲ ਅਜਾਈ ਚਲੀ ਗਈ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਕਿ ਮ੍ਰਿਗ ਤ੍ਰਿਸ਼ਨਾ, ਜਿਵੇਂ ਮਿਰਗੀ ਹੈ, ਹਿਰਨ ਹੈ, ਉਹ ਰੇਤਲੇ ਇਲਾਕੇ ਦੇ ਅੰਦਰ ਦੂਰ ਉਸ ਨੂੰ ਧੁੱਪ ਨਾਲ ਰੇਤਾ ਚਮਕਦੀ ਹੋਈ ਉਸ ਨੂੰ ਪਾਣੀ ਪ੍ਰਤੀਤ ਹੁੰਦੀ ਹੈ। ਧਿਆਇਆ ਹੋਇਆ ਮਿਰਗ ਉਸ ਵੱਲ ਦੌੜਦਾ ਹੈ, ਭੱਜਦਾ ਹੈ ਪਾਣੀ ਦੀ ਪ੍ਰਾਪਤੀ ਵਾਸਤੇ, ਪਰ ਅੱਗੇ ਜਾ ਕਰਕੇ ਵੀ ਉਹ ਰੇਤ ਹੀ ਹੁੰਦੀ ਹੈ, ਉਸ ਦੇ ਪੱਲੇ ਕੁਛ ਨਹੀਂ ਪੈਂਦਾ। ਇਹ ਸਤਿਗੁਰਾਂ ਨੇ ਉਦਾਹਰਨਾਂ ਦੇ ਕਰਕੇ ਤੇ ਅਖੀਰ ਤੇ ਬਖਸ਼ਿਸ਼ ਕਰਤੀ ਕਿ ਇਸੇ ਹੀ ਪ੍ਰਕਾਰ ਦੇ ਨਾਲ ਜਿਹੜਾ ਜੀਵ ਹੈ ਨਾ, ਇਹ ਸੁਪਨੇ ਦੇ ਅੰਦਰ ਹੀ, ਇਸ ਸੰਸਾਰ ਸੁਪਨੇ ਦੇ ਅੰਦਰ ਹੀ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਣ। ਇਹ ਜਿਹੜਾ ਜਗ ਸੰਸਾਰ, ਇਹ ਸੁਪਨੇ ਦੀ ਨਹੀਂ ਆਈ, ਇਸ ਦੇ ਅੰਦਰ ਹੀ ਆਪਣੀ ਇਹਨੇ ਉਮਰ ਵਿਹਾਰ ਲਈ, ਜਿੱਥੇ ਪਹੁੰਚਣਾ ਸੀ, ਜਿਸ ਕਾਰਜ ਕਰਕੇ ਇਸ ਧਰਤੀ ਤੇ ਆਇਆ ਸੀ, ਇਸ ਜੀਵਨ ਮਿਲਿਆ ਸੀ, ਉਹ ਇਸਨੇ ਕਾਰਜ ਕੀਤਾ ਹੀ ਨਹੀਂ। ਭਾਈ ਸਾਹਿਬ ਬਖਸ਼ਿਸ਼ ਕਰਦੇ ਹਨ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ। ਜਿਵੇਂ ਤੇਲੀ ਦਾ ਬੈਲ ਇਹ ਸਮਝਦਾ ਹੈ ਕਿ ਮੈਂ ਕਈ ਕੋਹ ਚੱਲ ਆਇਆ ਹਾਂ, ਨੈਣ ਉਗਰਤ ਵਾਹੀ ਠਾਉ ਹੀ ਠਿਕਾਣੋ ਹੈ। ਜਦੋਂ ਅੱਖਾਂ ਤੋਂ ਪੱਟੀ ਖੁੱਲ੍ਹਦੀ, ਉਹਦਾ ਉੱਥੇ ਹੀ ਟਿਕਾਣਾ ਹੁੰਦਾ ਹੈ, ਉਹ ਦੇਖਦਾ ਹੈ ਇਸ ਪ੍ਰਕਾਰ। ਜੈਸੇ ਜੇਵਰੀ ਬਟਤ ਰੱਸੀ, ਜੇਵਰੀ ਰੱਸੀ ਬਟਤ ਵੱਟਦਾ ਹੈ, ਆਂਦਰੋ ਅਚਿੰਤ ਚਿੱਤ ਅੰਨਾ ਮਨੁੱਖ ਰੱਸੀ ਵੱਟਦਾ ਹੈ। ਖਾਤ ਜਾਤ ਬਛਰੋ ਟਟੇਰੋ ਪਛਤਾਨੋ ਹੈ, ਮਗਰੋਂ ਉਹ ਪਛਤਾਉਂਦਾ ਹੈ ਕਿ ਰੱਸੀ ਤਾਂ ਵੱਛਾ ਖਾ ਗਿਆ। ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ, ਧਿਆਇਆ ਹੋਇਆ ਹਿਰਨ ਪਾਣੀ ਨੂੰ ਭੱਜਦਾ ਹੈ ਰੇਤਾ ਚਮਕਦੀ ਦੇਖ ਕਰਕੇ। ਆਵਤ ਨਾ ਸ਼ਾਂਤ ਭ੍ਰਮਤ ਹਾਰਿਓ ਹੈ, ਕਿ ਉਸ ਨੂੰ ਸ਼ਾਂਤ ਨਹੀਂ ਆਉਂਦੀ, ਤੇ ਭਰਮਦਾ ਹੀ ਫਿਰ ਮਰ ਜਾਂਦਾ ਹੈ।
ਤੈਸੇ ਸਵਪਨੰਤਰ ਦਿਸੰਤਰ ਬਿਹਾਏ ਗਈ। ਇਸੇ ਪ੍ਰਕਾਰ ਦੇ ਨਾਲ ਇਹ ਜੀਵ ਦੀ ਜਿਹੜੀ ਉਮਰ ਹੈ ਨਾ, ਇਹ ਸੰਸਾਰ ਸੁਪਨੇ ਦੇ ਅੰਦਰ ਹੀ ਬੀਤ ਗਈ। ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਣੋ ਹੈ, ਕਿ ਜਿੱਥੇ ਸਾਨੂੰ ਜਾਣਾ ਸੀ, ਪਰਮੇਸ਼ਰ ਦੇ ਅੰਦਰ ਲੀਨ ਹੋ ਜਾਣਾ ਸੀ, ਉੱਥੇ ਅਸੀਂ ਪਹੁੰਚ ਹੀ ਨਹੀਂ ਸਕੇ। ਇਹੋ ਸੰਸਾਰ ਬੇਕਾਰ ਸੰਸੇਮ ਹੈ। ਇਸ ਪ੍ਰਕਾਰ ਦੇ ਨਾਲ ਅਗਿਆਨਤਾ ਦੇ ਵਸ ਇਹ ਜਿਹੜਾ ਬਲਦ ਹੈ ਬਣਿਆ, ਜੀਵ ਬਲਦ ਬਣਿਆ ਫਿਰਦਾ ਹੈ ਕਿ ਮੈਂ ਬੜਾ ਚੱਲ ਆਇਆ ਹਾਂ, ਬੜੇ ਮੈਂ ਦੁਨੀਆ ਦੇ ਕਾਰਜ ਕਰ ਲਏ, ਪਰ ਅਖੀਰ ਤੇ ਜਦੋਂ ਪਾਗ ਉਗੜਿਆ ਨਾ ਤੇ ਉਸ ਵੇਲੇ ਇਸ ਨੂੰ ਸਮਝ ਆਵੇਗੀ ਇਹ ਮੇਰੇ ਹੱਥ ਕੁਛ ਵੀ ਨਹੀਂ ਰਿਹਾ। ਜਿਵੇਂ ਇਹ ਰੱਸੀ ਵੱਟਦਾ ਹੈ ਨਾ, ਅੰਨਾ ਮਨੁੱਖ ਤੇ ਵੱਛਾ ਖਾ ਜਾਂਦਾ ਹੈ, ਇਸ ਪ੍ਰਕਾਰ ਇਹ ਰੱਸੀ ਵੱਟੀ ਜਾ ਰਿਹਾ ਹੈ। ਬੜੇ ਦੁਨੀਆ ਦੇ ਕਰਮ ਕਰਦਾ ਹੈ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਅਖੀਰ ਸਮੇਂ ਜਦੋਂ ਸਮਝ ਆਉਂਦੀ ਹੈ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ, ਜਿਸ ਨੇ ਮੇਰੇ ਸਾਥ ਜਾਣਾ ਸੀ। ਇਹਾਂ ਖਾਟ ਚਲੋ ਹਰ ਲਾਹਾ, ਜਿਹੜਾ ਲਾਹਾ ਖੱਟਣਾ ਸੀ। ਜਿਵੇਂ ਤ੍ਰਿਸ਼ਨਾ, ਮ੍ਰਿਗ ਦੀ ਤ੍ਰਿਸ਼ਨਾ, ਉਹ ਜਲ ਨੂੰ ਦੇਖ ਕਰਕੇ ਭੱਜਦੀ ਹੈ, ਧੁੱਪ ਚਮਕਦੀ ਪਰ ਹੱਥ ਕੁਝ ਨਹੀਂ ਆਉਂਦਾ। ਇਹ ਜੀਵ ਸੰਸਾਰ ਦੇ ਅੰਦਰ ਬਹੁਤੇ ਕਾਰਜ ਕਰਦਾ ਹੈ, ਪਰ ਜਿਹੜਾ ਕਾਰਜ ਅਸਲੀ ਕਰਨ ਵਾਲਾ ਹੈ ਨਾ, ਜਿੱਥੇ ਇਸ ਜਹਾਂ ਮੂਹੇ ਜਾਨੋ ਹੈ, ਉੱਥੇ ਤਾਂ ਇਹ ਕੰਮ ਉਸਨੇ ਕੀਤਾ ਹੀ ਨਹੀਂ। ਇਹੋ ਸੰਸਾਰ ਬੇਕਾਰ ਸੰਸੇਮ ਹੈ। ਇਸ ਪ੍ਰਕਾਰ ਇਸ ਸੰਸੇ ਦੇ ਵਿੱਚ ਅਗਿਆਨ ਦੇ ਵਸ ਹੋ ਕਰਕੇ ਇਹ ਜਿਹੜਾ ਸੰਸਾਰ ਬੇਕਾਰ ਖੁਆਰ ਹੋ ਰਿਹਾ ਹੈ। ਤਰਿਓ ਬ੍ਰਹਮ ਗਿਆਨੀ। ਫਿਰ ਇਹ ਤਰਦੇ ਕੌਣ ਹਨ ਇਸ ਸੰਸਾਰ ਚੋਂ? ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਸਤਿਗੁਰੂ ਕਿਰਪਾ ਕਰਕੇ ਤੇ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਇਹ ਗਿਆਨ ਇਹ ਨਹੀਂ ਕਿ ਕਿਤਾਬਾਂ ਪੜ੍ਹਨੀਆਂ, ਬਹੁਤਾਤ ਕਿਤਾਬਾਂ ਗਿਆਨ ਇਕੱਠਾ ਕਰ ਲੈਣਾ। ਪਰਮੇਸ਼ਰ ਦੇ ਰਾਹ ਤੇ ਚੱਲਣ ਲਈ ਗਿਆਨ ਇਤਨਾ ਹੀ ਕਾਫੀ ਹੈ ਕਿ ਇਹ ਪਤਾ ਲੱਗ ਜਾਵੇ ਕਿ ਇਹ ਜਿਹੜੀ ਜੀਵ ਆਤਮਾ ਹੈ ਨਾ, ਇਹ ਬੜੇ ਲੰਮੇ ਸਮੇਂ ਤੋਂ ਸਫ਼ਰ ਕਰਦੀ ਆ ਰਹੀ ਹੈ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ। ਇਤਨੀ ਕੀ ਸਮਝ ਕਾਫੀ ਹੈ ਕਿ ਇਹ ਜਿਹੜੀ ਜੀਵ ਆਤਮਾ ਬੜੇ ਲੰਮੇ ਸਫ਼ਰ ਤੇ ਆਈ ਹੈ। ਇੱਥੇ ਇਸ ਨੇ ਟਿਕਾਣਾ ਕੀਤਾ ਹੈ ਦੇਹ ਦੇ ਅੰਦਰ, ਤੇ ਇੱਥੋਂ ਵੀ ਚਲੀ ਜਾਣਾ ਹੈ। ਇਸ ਕਰਕੇ ਇੱਥੇ ਲਾਹਾ ਖੱਟ ਲਈਏ, ਇਹਾਂ ਖਾਟ ਚਲੋ ਹਰ ਲਾਹਾ। ਇਹੀ ਲਾਹਾ, ਇਤਨਾ ਹੀ ਗਿਆਨ ਕਾਫੀ ਹੈ। ਤਰਿਓ ਬ੍ਰਹਮ ਗਿਆਨੀ, ਕਿ ਇਸ ਸੰਸਾਰ ਨੂੰ ਤਰਨ ਵਾਸਤੇ ਇਤਨਾ ਹੀ ਗਿਆਨ ਹੋ ਜਾਵੇ ਨਾ ਕਿ ਇੱਥੋਂ ਚਲੇ ਜਾਣਾ ਹੈ ਤੇ ਕੋਈ ਲਾਹਾ ਖੱਟ ਕੇ ਹੀ ਜਾਈਏ। ਤੇ ਉਸ ਸਮੇਂ ਫਿਰ ਇਹ ਸਤਿਗੁਰਾਂ ਦੇ ਪੱਲਾ ਪਕੜ ਕੇ ਤੇ ਫਿਰ ਇਹ ਤਰਦਾ ਹੈ ਇਹ ਜੀਵ। ਬੇਕਾਰ ਪਾਥਰ ਗਲ ਹੈ ਬਾਦੇ, ਨਿੰਦ ਪੋਟੀ ਉਠਾਈ। ਇਸ ਜੀਵ ਨੇ ਸੰਸਾਰ ਸਮੁੰਦਰ ਤੋਂ ਇਹਨੇ ਤਰਨਾ ਹੈ, ਪਰ ਬੇਕਾਰ ਪਾਥਰ, ਇਹ ਵਿਕਾਰਾਂ ਦੇ ਪੱਥਰ ਇਹਨੇ ਆਪਣੇ ਗਲ ਦੇ ਅੰਦਰ ਪਹਿਰੇ ਹੋਏ ਹਨ। ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ ਨੂੰ ਵੀ ਪੱਥਰ ਇਸ ਦੇ ਗਲ ਵਿੱਚ ਪਏ ਹਨ। ਬਾਦੇ ਨਿੰਦ ਪੋਟ ਗਲ ਹੈ ਬਾਦੇ, ਨਿੰਦ ਪੋਟ ਸਿਰਾਈ, ਜਿਹੜੀ ਨਿੰਦਾ ਕਰਨੀ ਹੈ, ਨਿੰਦਾ ਚੁਗਲੀ ਕਰਨੀ ਹੈ, ਨਿੰਦਿਆ ਦੀ ਇਸਨੇ ਪੋਟਲੀ ਗੰਢ ਬਣ ਕੇ ਤੇ ਸਿਰ ਤੇ ਚੱਕੀ ਹੋਈ ਹੈ। ਤੇ ਦੱਸੋ ਫਿਰ ਇਹ ਸੰਸਾਰ ਸਮੁੰਦਰ ਤੋਂ ਕਿਵੇਂ ਭਾਰ ਲੰਘ ਜਾਵੇਗਾ? ਇਤਨਾ ਭਾਰ ਨਾਲ ਇਸਨੇ ਚੱਕ ਲਿਆ ਹੈ। ਮਹਾਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਜਾਈ। ਇਹ ਬੜਾ ਡੂੰਘਾ ਸਮੁੰਦਰ ਪਾਰ ਲੰਘਣਾ, ਤੇ ਇਸ ਪ੍ਰਕਾਰ ਨਾਲ ਵਿਕਾਰਾਂ ਦੇ ਪੱਥਰ ਤੇ ਨਿੰਦਾ ਦੀ ਗੰਢ ਨਾਲ ਚੱਕ ਕੇ ਤੇ ਪਾਰ ਨਹੀਂ ਪਿਆ ਜਾ ਸਕਦਾ। ਇਉਂ ਕਰ ਇਹ ਜਿਹੜੇ ਵਿਕਾਰਾਂ ਦੀ ਪੱਥਰ ਵੀ ਗਲ ਚੋਂ ਲਾ ਦੇ ਤੇ ਨਿੰਦਿਆ ਦੀ ਪੰਡ ਵੀ ਲਾ ਕਰਕੇ ਪਰੇ ਸਿੱਟ ਦੇ, ਤੇ ਫਿਰ ਇਹ ਸਤਿਗੁਰੂ ਬਖਸ਼ਿਸ਼ ਕਰਨਗੇ। ਤਰਿਓ ਬ੍ਰਹਮ ਗਿਆਨੀ, ਫਿਰ ਇਹ ਤੂੰ ਤਰ ਸਕੇਗਾ। ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਹ ਪਕਰ ਸਤਿਗੁਰ ਨਿਸਤਾਰਾ। ਜਿਨ੍ਹਾਂ ਦੀ ਸਤਿਗੁਰੂ, ਜਿਨ੍ਹਾਂ ਨੇ ਆਪਣੀ ਬਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਫੜਾ ਦਿੱਤੀ ਨਾ, ਤੇ ਸਤਿਗੁਰ ਨਿਸਤਾਰਾ, ਫਿਰ ਉਹ ਸਤਿਗੁਰੂ ਇੱਥੋਂ ਨਿਸਤਾਰਾ ਕਰ ਦਿੰਦੇ ਹਨ। ਆਪਾਂ ਪੜ੍ਹਦੇ ਹਾਂ ਨਾ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਉਤਰੇ ਪਾਰ। ਜਿਹੜਾ ਵਾਹਿਗੁਰੂ ਨਾਮ ਸਿਮਰਨ ਦੇ ਜਹਾਜ਼ ਉੱਪਰ ਚੜ੍ਹ ਜਾਂਦਾ ਹੈ, ਉਹ ਫਿਰ ਪਾਰ ਉਤਰਦਾ ਹੈ ਇਸ ਸੰਸਾਰ ਚੋਂ। ਇਹੋ ਸੰਸਾਗਰ ਸੋਈ ਤਰੈ ਜੋ ਹਰ ਗੁਣ ਗਾਵੈ, ਇਹਾਂ ਖਾਟ ਚਲੋ ਹਰ ਲਾਹਾ। ਇਹੋ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਵੇ, ਜਿਹੜਾ ਪਰਮੇਸ਼ਰ ਦੇ ਹਰੀ ਦੇ ਗੁਣ ਗਾਉਂਦਾ ਹੈ। ਤਰਿਓ ਬ੍ਰਹਮ ਗਿਆਨੀ, ਉਹੀ ਇਸ ਸੰਸਾਰ ਜੀ ਸਮੁੰਦਰ ਤੋਂ ਤਰਨ ਦੇ ਯੋਗ ਹੋ ਜਾਂਦਾ ਹੈ। ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਇਹ ਅਕਥ ਦੀ ਕਥਾ ਹੈ। ਇਹ ਜਿਹੜੀ ਅਕਥ ਦੀ ਕਥਾ ਹੈ ਕਿ ਇਹ ਜੀਵ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ, ਕੁਛ ਲਾਹਾ ਖੱਟ ਕੇ ਹੀ ਜਾਣਾ ਚਾਹੀਦਾ ਹੈ। ਅਕਥ ਕਥਾ ਤਿਨ ਜਾਨੀ, ਇਹ ਉਹਨਾਂ ਨੇ ਹੀ ਜਾਣੀ ਹੈ। ਕਿਹਨਾਂ ਨੇ ਜਾਣੀ ਹੈ? ਜਿਸ ਹੈ ਜਗਾਏ ਪਿਆਵੈ ਹਰ ਰਸ, ਹਰ ਰਸ ਇਹੋ ਰਸ। ਜਿਸ ਹੈ ਜਗਾਏ ਪਿਆਵੈ ਇਹੋ ਰਸ, ਜਿਹਨੂੰ ਸਤਿਗੁਰੂ ਕਿਰਪਾ ਕਰਕੇ ਇਹੋ ਰਸ, ਜਿਹੜਾ ਹਰੀ ਨਾਮ ਦਾ ਰਸ ਜਿਹਨੂੰ ਇਹ ਪਿਆ ਦਿੰਦੇ ਹਨ ਨਾ, ਫਿਰ ਉਸ ਨੂੰ ਇਹ ਗਿਆਨ ਆ ਜਾਂਦਾ ਹੈ, ਤੇ ਫਿਰ ਇਹ ਸਤਿਗੁਰਾਂ ਦੇ ਚਰਨੀ ਲੱਗ ਕੇ ਕਿਤੇ ਤਰਦਾ ਹੈ। ਇਹੋ ਰਸ ਛਾਡੇ ਉਹ ਰਸ ਆਵਾ। ਜਿਹੜੇ ਇਹ ਵਿਕਾਰਾਂ ਦੇ ਰਸ ਜਦੋਂ ਅਸੀਂ ਛੱਡ ਦੇਵਾਂਗੇ ਨਾ, ਉਹ ਰਸ ਫਿਰ ਉਹ ਹਰੀ ਦਾ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੋਵੇਗਾ।
ਤੇ ਜੇ ਸਮੇਂ ਫਿਰ ਹਰੀ ਨਾਮ ਦਾ ਰਸ ਪ੍ਰਾਪਤ ਹੋ ਗਿਆ ਨਾ, ਇਹੋ ਰਸ ਪੀਆ ਫਿਰ ਉਹ ਰਸ ਨਹੀਂ ਭਾਵਾ। ਤੇ ਜਿਹੜਾ ਉਹ ਰਸ, ਜਿਹੜਾ ਵਿਕਾਰਾਂ ਦਾ ਰਸ ਹੈ ਨਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਵਿਕਾਰਾਂ ਦਾ ਰਸ ਜਿਹੜਾ ਸਾਡੇ ਪਾਸ ਹੈ, ਫਿਰ ਇਹ ਚੰਗਾ ਹੀ ਨਹੀਂ ਲੱਗੇਗਾ, ਇਹ ਫਿੱਕਾ ਹੋ ਜਾਵੇਗਾ ਉਸ ਹਰੀ ਦੇ ਰਸ ਦੇ ਅੱਗੇ। ਜਿਸ ਹੈ ਜਗਾਈ ਪਿਆਵੈ ਇਹੋ ਰਸ, ਜਿਹਨੂੰ ਇਹ ਸਤਿਗੁਰੂ ਕਿਰਪਾ ਕਰਕੇ ਆਪਣਾ ਰਸ ਇਹ ਪਿਆ ਦਿੰਦੇ ਹਨ, ਬਖਸ਼ਿਸ਼ ਕਰ ਦਿੰਦੇ ਹਨ, ਉਹੀ ਇਹ ਜਿਹੜੀ ਕਥਾ ਹੈ, ਇਹ ਕਥਾ ਨੂੰ ਜਾਣਨ ਦੇ ਸਮਰੱਥ ਹੁੰਦੇ ਹਨ। ਜਾ ਕੋ ਆਏ ਸੋਈ ਬਿਹਾਜੋ। ਜਾ ਕਉ ਆਏ, ਜਿਹੜੇ ਕਾਰਜ ਵਾਸਤੇ ਇਸ ਸੰਸਾਰ ਦੇ ਅੰਦਰ ਆਏ ਹਾਂ, ਜਾ ਕਉ ਆਏ ਸੋਈ ਵਿਹਾਜੋ, ਉਹੀ ਵਿਹਾਜਣਾ ਕਰੋ, ਉਹੀ ਧਨ ਇਕੱਠਾ ਕਰੋ ਜਿਸ ਧਨ ਇਕੱਠਾ ਕਰਨ ਵਾਸਤੇ ਇਸ ਸੰਸਾਰ ਵਿੱਚ ਆਏ ਹਾਂ। ਜਿਹੜੇ ਕਾਰਜ ਵਾਸਤੇ, ਕਿਹੜੇ ਕਾਰਜ ਵਾਸਤੇ ਆਏ ਹਾਂ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਗੋਬਿੰਦ ਮਿਲਣ ਦੀ ਇਹ ਵਾਰੀ ਹੈ। ਜਾ ਕਉ ਆਏ, ਜਿਸ ਵਾਸਤੇ ਇੱਥੇ ਆਏ ਹਨ, ਸੋਈ ਬਿਹਾਜੋ, ਉਸ ਕੰਮ ਦੇ ਅੰਦਰ ਲੱਗ ਪਾਓ, ਜੁਟ ਪਾਓ। ਜਬ ਲਗ ਜਰਾ ਜੋ ਰੋਗ ਨਹੀਂ ਆਇਆ, ਜਿੰਨਾ ਚਿਰ ਬੁਢੇਪੇ ਦਾ ਰੋਗ ਨਹੀਂ ਨਾ ਆਇਆ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਿਤਨਾ ਚਿਰ ਤੱਕ ਇਹ ਕਾਲ ਮੌਤ ਨੇ ਇਹ ਜਿਹੜੀ ਕਾਇਆ ਸਰੀਰ ਨੂੰ ਖਾ ਨਹੀਂ ਲਿਆ। ਜਬ ਲਗ ਬਿਕਲ ਭਈ ਨਹੀਂ ਬਾਣੀ, ਜਿੰਨਾ ਚਿਰ ਤੇਰੀ ਬਾਣੀ ਇਹ ਬਿਕਲ ਤੋਤਲੀ ਨਾ ਨਹੀਂ ਹੋ ਗਈ ਬੁਢੇਪੇ ਕਾਰਨ। ਭਜ ਲੈ ਰੇ ਮਨ ਸਾਰੰਗ ਪਾਣੀ, ਤੂੰ ਉਸ ਇਹ ਸਮਾਂ ਆਉਣ ਤੋਂ ਪਹਿਲਾਂ, ਬੁਢੇਪਾ ਆਉਣ ਤੋਂ ਪਹਿਲਾਂ, ਜ਼ੁਬਾਨ ਥਥਲੀ ਹੋਣ ਤੋਂ ਪਹਿਲਾਂ ਤੇ ਮੌਤ ਤੋਂ ਪਹਿਲਾਂ ਕੀ ਕਰ? ਭਜ ਲੈ ਰੇ ਮਨ ਸਾਰੰਗ ਪਾਣੀ। ਜਾ ਕਉ ਆਏ ਸੋਈ ਵਿਹਾਜੋ, ਭਜ ਲੈ ਰੇ ਮਨ ਸਾਰੰਗ ਪਾਣੀ, ਉਸ ਦਾ ਭਜਨ ਕਰ ਲੈ। ਅਬ ਨਾ ਭਜਸ ਭਜਸ ਕਬ ਭਾਈ, ਕਿ ਹੁਣ ਨਹੀਂ ਭਜਦਾ ਇਸ ਮਨੁੱਖਾ ਜੀਵਨ ਦੇ ਅੰਦਰ, ਸਿਮਰਨ ਨਹੀਂ ਕਰਦਾ। ਭਜਸ ਕਬ ਭਾਈ, ਫਿਰ ਕਦੋਂ ਭਜੇਗਾ, ਫਿਰ ਕਦੋਂ ਸਿਮਰਨ ਕਰੇਗਾ? ਅਬ ਨਾ ਭਜਸ ਭਜਸ ਕਬ ਭਾਈ, ਆਵੈ ਕਾਲ ਨਾ ਭਜਿਆ ਜਾ, ਆਵੈ ਅੰਤ ਨਾ ਭਜਿਆ ਜਾਈ। ਤੇ ਜੇ ਸਮੇਂ ਅੰਤ ਦਾ ਸਮਾਂ ਆ ਜਾਂਦਾ ਹੈ ਨਾ, ਫਿਰ ਭਜਨ ਨਹੀਂ ਹੁੰਦਾ। ਕਿਉਂਕਿ ਜੇਕਰ ਕੋਈ ਜੀਵ ਆਖੇ ਨਾ ਕਿ ਜਿਸ ਸਮੇਂ ਮੈਨੂੰ ਧਿਆ ਲੱਗੇਗੀ ਤਾਂ ਮੈਂ ਉਸ ਸਮੇਂ ਖੂਹ ਪੱਟ ਲਵਾਂਗਾ, ਕੀ ਇਸ ਤਰ੍ਹਾਂ ਸੰਭਵ ਹੈ? ਨਹੀਂ ਹੋ ਸਕਦਾ। ਜੇ ਉਸ ਨੂੰ ਧਿਆ ਆਪਣੀ ਪਿਆਸ ਬੁਝਾਉਣੀ ਹੈ ਤਾਂ ਖੂਹ ਉਹਨੂੰ ਪਹਿਲਾਂ ਪੱਟ ਕੇ ਰੱਖਣਾ ਪਵੇਗਾ। ਕਬੀਰ ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋਏ ਤਾਲ। ਜਿਹੜਾ ਤੂੰ ਕੰਮ ਸੋਚੀ ਬੈਠਾ ਨਾ ਮੈਂ ਕੱਲ ਨੂੰ ਕਰ ਲਵਾਂਗਾ, ਬੁਢੇਪੇ ਅੰਦਰ ਆਣ ਕਰਕੇ ਕਰ ਲਵਾਂਗਾ। ਕਿਉਂਕਿ ਅੱਜ ਕੱਲ੍ਹ ਇਹ ਬੜਾ ਇੱਕ ਦੂਜੇ ਨੂੰ ਆਪਾਂ ਆਖਦੇ ਹਨ ਕਿ ਤੇਰੀ ਤਾਂ ਹਜੇ ਕੀ ਉਮਰ ਹੈ, ਬੜੀ ਤੇਰੀ ਹੌਲੀ ਉਮਰ, ਤੂੰ ਹੱਸ ਖੇਡ ਅਥਵਾ ਤੂੰ ਕੰਮਕਾਰ ਸੈੱਟ ਕਰ, ਆਪਦਾ ਵਿਆਹ ਸ਼ਾਦੀ ਕਰਾ ਕੇ ਉਸ ਤੋਂ ਬਾਅਦ ਤੂੰ ਭਜਨ ਕਰੀ, ਪਰਮੇਸ਼ਰ ਦਾ ਸਿਮਰਨ ਕਰੀ, ਸੇਵਾ ਕਰੀ। ਕਿਉਂ ਭਾਈ? ਇੱਕ ਸਵਾਸ ਦਾ ਵੀ ਇੱਥੇ ਤਾਂ ਕਿਸੇ ਨੂੰ ਪੱਕਾ ਨਹੀਂ ਕਿ ਇੱਕ ਸਵਾਸ ਦਾ ਹੀ ਭਰੋਸਾ ਨਹੀਂ। ਕਬੀਰ ਸਾਹਿਬ ਕਹਿੰਦੇ, ਕਬੀਰ ਕਾਲ ਕਰਨ ਤਾਂ ਅਬਹਿ ਕਰ, ਤੂੰ ਜਿਹੜਾ ਕੱਲ ਕਾਰਜ ਕਰਨ ਤੇ ਰੱਖਿਆ ਹੋਇਆ ਹੈ ਨਾਮ ਸਿਮਰਨ ਦਾ, ਤੂੰ ਅਬਹਿ ਕਰ, ਤੂੰ ਅੱਜ ਕਰ। ਤੇ ਅਬ ਕਰਤਾ ਸੋਏ ਤਾਲ, ਤੇ ਜੇਕਰ ਤੂੰ ਸੋਚ ਹੀ ਲੈ ਕੇ ਅੱਜ ਕਰੂੰਗਾ, ਸ਼ਾਮ ਨੂੰ ਕਰੂੰਗਾ, ਅੱਜ ਕਰੂੰਗਾ, ਨਹੀਂ, ਸੋਏ ਤਾਲ, ਜੇ ਸਮੇਂ ਤੂੰ ਸੋਚ ਲੈ ਉਸੇ ਵੇਲੇ ਹੀ ਲੱਗ ਪਾ ਸਿਮਰਨ ਦੇ ਵਿੱਚ। ਪਾਛੈ ਕਛੂ ਨਾ ਹੋਏਗਾ ਜੋ ਸਿਰ ਭਰਿਆ ਵੇ ਕਾਲ, ਫਿਰ ਉਸ ਸਮੇਂ ਪਿੱਛੇ ਕੁਝ ਨਹੀਂ ਹੋਣਾ। ਜਦੋਂ ਸਿਰ ਤੇ ਕਾਲ ਆਣ ਕੇ ਖੜਾ ਹੋ ਗਿਆ ਤੇ ਜਮ ਕਾ ਡੰਡ ਮੂਡ ਮੈਂ ਲੱਗ ਗਿਆ, ਤੇ ਉਦੋਂ ਤੂੰ ਜਾਗੇਗਾ ਨਾ, ਤੇ ਉਦੋਂ ਫਿਰ ਇਹ ਪੱਲੇ ਤੇਰੇ ਪਛਤਾਵਾ ਹੀ ਰਹਿ ਜਾਵੇਗਾ। ਉਸ ਸਮੇਂ ਫਿਰ ਭਜਨ ਨਹੀਂ ਤੇਰੇ ਪਾਸ ਹੋਣਾ। ਕੀ ਕਰ? ਜਾ ਕਉ ਆਏ ਸੋਈ ਬਿਹਾਜੋ। ਇਸ ਕਰਕੇ ਜਿਹੜੇ ਕਾਰਜ ਵਾਸਤੇ ਆਇਆ ਹੈ ਨਾ, ਤੂੰ ਮੌਤ ਰੂਪੀ ਕਾਲ ਤੋਂ ਆਉਣ ਤੋਂ ਪਹਿਲਾਂ ਤੂੰ ਉਸ ਦਾ ਸਿਮਰਨ ਭਜਨ ਕਰ ਲੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਤੇਰੀ ਉਮਰ ਇਹ ਬਹਿੰਦੀ ਜਾ ਰਹੀ ਹੈ, ਛਿਨ ਛਿਨ ਔਦ ਬਿਹਾਤ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਕਦੀ ਤੂੰ ਇਸ ਪਾਸੇ ਦ੍ਰਿਸ਼ਟ ਧਾਰੀ ਖਿਆਲ ਹੀ ਨਹੀਂ ਕੀਤਾ, ਤੇਰੀ ਉਮਰ ਬੀਤਦੀ ਜਾ ਰਹੀ ਹੈ। ਮਿਥਿਆ ਮੋਹ ਬੰਧ ਹੈ ਨਿਤ ਪਾਰਜ, ਤੂੰ ਮਿਥਿਆ ਝੂਠੇ ਮੋਹ ਦੇ ਅੰਦਰ, ਪਰਿਵਾਰ ਦੇ, ਦੁਨੀਆ ਦੇ ਮੋਹ ਦੇ, ਪਦਾਰਥਾਂ ਦੇ ਮੋਹ ਦੇ ਅੰਦਰ ਤੂੰ ਫਸ ਕਰਕੇ ਤੇ ਇਹ ਆਪਣੀ ਜ਼ਿੰਦਗੀ ਵੀ ਬਤੀਤ ਕਰ ਰਿਹਾ ਹੈ। ਮਾਧਵੇ ਭਜ ਦਿਨ ਨਿਤ ਰਹਿਣੀ, ਕੀ ਕਰ? ਇਸ ਕਾਲ ਤੋਂ ਬਚਣ ਲਈ ਤੇ ਇਸ ਮੌਤ ਰੂਪੀ ਸਮੇਂ ਆਉਣ ਤੋਂ ਪਹਿਲਾਂ ਹੀ ਕੀ ਕਰ? ਭਜ ਦਿਨ ਨਿਤ ਰਹਿਣੀ, ਤੂੰ ਦਿਨ ਰਾਤ ਕਰਕੇ ਉਸ ਦਾ ਸਿਮਰਨ ਕਰ ਲੈ, ਉਸ ਦਾ ਭਜਨ ਕਰ ਲੈ। ਜਨਮ ਪਦਾਰਥ ਜੀਤ ਹਰ ਸਰਣੀ, ਤੂੰ ਜਨਮ ਪਦਾਰਥ, ਜਿਹੜਾ ਜਨਮ ਮਿਲਿਆ ਹੈ ਪਦਾਰਥ ਕਾਰਨ ਵਾਸਤੇ, ਉਹਨੂੰ ਤੂੰ ਜਿੱਤ ਲਾ। ਜਾ ਕਉ ਆਏ ਸੋਈ ਬਿਹਾਜੋ, ਉਸ ਨੂੰ ਪਦਾਰਥ ਨੂੰ ਤੂੰ ਹਾਸਲ ਕਰ ਲਾ ਤੇ ਹਰ ਸਰਣੀ, ਫਿਰ ਇਸ ਪ੍ਰਕਾਰ ਦੇ ਨਾਲ ਤੇਰਾ ਹਰੀ ਸਰਣ ਦੇ ਅੰਦਰ ਵਸੇਵਾ ਹੋ ਜਾਵੇਗਾ। ਜਾ ਕਉ ਆਏ ਸੋਈ ਬਿਹਾਜੋ, ਜਿਸ ਕਾਰਨ ਕਰਕੇ ਆਏ ਹਾਂ ਉਸ ਨੂੰ ਵਿਹਾਜਣਾ ਕਰ ਲਈਏ ਸਮਾਂ ਆਉਣ ਤੋਂ ਪਹਿਲਾਂ। ਵਣਜਕ ਰਹੋ ਵਣਜਾਰੇ ਹੋ,
ਵੱਖਰ ਲੇਹੋ ਸੰਭਾਲ। ਸਤ ਸੰਗਤ ਰੂਪੀ ਹੈ ਜੀਵ ਰੂਪ ਬਣ ਜਾ ਰਿਓ, ਵਣਜ ਕਰ ਲੋ ਨਾਮ ਦਾ। ਵੱਖਰ ਲੇਹੋ, ਇਹ ਵੱਖਰ ਵਾਰੀ ਮਿਲ ਗਈ ਹੈ, ਇਹਨੂੰ ਸੰਭਾਲ ਦੋ। ਵੱਖਰ ਲੇਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ। ਕਿਹੜੀ ਵਸਤ ਇਕੱਠੀ ਕਰਨੀ ਚਾਹੀਦੀ ਹੈ? ਜੈਸੀ ਨਿਭੈ ਨਾਲ, ਜਿਹੜੀ ਮਰਨ ਤੋਂ ਬਾਅਦ ਨਾਲ ਨਿਭਣੀ ਹੈ, ਤੋੜ ਨਿਭਾਉਣਾ ਹੈ ਜਿਸ ਨੇ, ਤੈਸੀ ਵਸਤ ਵਿਸਾਹੀ ਹੈ। ਉਹ ਵਸਤ ਦਾ ਵਣਜ ਕਰਕੇ ਤੇ ਉਹ ਵਸਤ ਇਕੱਠੀ ਕਰਨੀ ਕਰੋ। ਕਿਹੜੀ ਵਸਤ? ਹਰ ਜਾ ਕੋ ਆਏ ਸੋਈ ਬਿਹਾਜੋ, ਹਰੀ ਪਰਮੇਸ਼ਰ ਦੇ ਨਾਮ ਦੀ ਵਸਤ ਨੂੰ ਇਕੱਠੀ ਕਰਨਾ ਕਰ ਲਵੋ। ਕਹਿਤ ਕਬੀਰ ਸੁਨਹੋਰੇ ਸੰਤ ਹੋ, ਛੋਡੋ ਮਨ ਕੇ ਭਰਮਾ। ਇਹ ਸਾਰੇ ਮਨ ਦੇ ਭਰਮ ਭੁਲੇਖੇ ਛੱਡ ਕਰਕੇ ਕੀ ਕਰੋ? ਕੇਵਲ ਨਾਮ ਜਪ ਹੋਰੇ ਪ੍ਰਾਣੀ, ਪਰ ਹੋ ਏਕ ਕੀ ਕਰਨ ਸਰਨਾ। ਕੇਵਲ ਪਰਮੇਸ਼ਰ, ਜਿਹੜਾ ਇੱਕ ਪਰਮੇਸ਼ਰ ਹੈ, ਉਸ ਦਾ ਨਾਮ ਸਿਮਰਨਾ ਕਰੋ। ਛੋਡੋ ਮਨ ਕੇ ਭਰਮਾ, ਕਿਉਂਕਿ ਸਾਧ ਸੰਗਤ ਸਾਡੇ ਦੇ ਮਨ ਦੇ ਅੰਦਰ ਇਹ ਭਰਮ ਹੀ ਪਏ ਹੋਏ ਹਨ ਕਿ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਬਾਣੀ ਦੇ ਅੰਦਰ ਬੜੀ ਥਾਈਂ ਆਉਂਦਾ ਹੈ ਕਿ ਧਰਮ ਰਾਜਾ, ਇਹ ਜਿਹੜੇ ਚਿੱਤਰਗੁਪਤ ਹਨ, ਇਹ ਡੰਡਾ ਵੱਜਦਾ ਹੈ ਧਰਮ ਰਾਜੇ ਦਾ। ਇਹ ਕਿਤੇ ਸਤਿਗੁਰਾਂ ਨੇ ਡਰਾਉਣ ਮਾਤਰ ਹੀ ਕਿਹਾ ਹੋਵੇ? ਨਹੀਂ, ਆਪਾਂ ਜਪਜੀ ਸਾਹਿਬ ਅੰਦਰ ਰੋਜ਼ਾਨਾ ਪੜ੍ਹਦੇ ਹਾਂ, ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ, ਉੱਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲੀਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਵੈ ਕੈ ਰੰਗ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ। ਜਿਹੜੇ ਪੁੰਨ ਕਰਨੇ ਹਨ, ਜਿਹੜੇ ਪਾਪ ਕਰਨੇ ਹਨ, ਇਹ ਇਕੱਲਾ ਕਹਿਣ ਮਾਤਰ ਹੀ ਨਹੀਂ ਹਨ ਕਿ ਪੁੰਨ ਕਰਿਆ ਅੱਗੇ ਸੌਖੇ ਹੋਈਦਾ ਹੈ ਤੇ ਪਾਪ ਕਰਿਆ ਅੱਗੇ ਔਖੇ ਹੋਈਦਾ ਹੈ। ਪੁੰਨੀ ਪਾਪੀ ਆਖਣ ਨਾਹੇ, ਕੱਲੀ ਕਹਿਣ ਮਾਤਰ ਗੱਲ ਨਹੀਂ ਹੈ। ਕਰ ਕਰ ਕਰਨਾ ਲਿਖ ਲੈ ਜਾਹੋ, ਇਹ ਲਿਖਿਆ ਜਾਂਦਾ ਹੈ ਤੇ ਅੱਗੇ ਲੈ ਕੇ ਜਾਣਾ ਹੈ ਆਪਣੇ ਜੋ ਵੀ ਲਿਖਿਆ ਗਿਆ। ਇਹ ਕੱਲੀ ਕਹਿਣ ਮਾਤਰ ਗੱਲ ਹੀ ਨਹੀਂ ਕਿ ਧਰਮ ਰਾਜਾ ਹੈ ਉਹ ਸਾਰਾ ਵਿਚਾਰ ਕਰੇਗਾ। ਸ਼ਲੋਕ ਅੰਦਰ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਧਰਮ ਰਾਜਾ ਇਹ ਚੰਗਿਆਈਆਂ ਬੁਰਾਈਆਂ ਨੂੰ ਵਾਚਦਾ ਹੈ, ਦੇਖਦਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਤਿਗੁਰਾਂ ਨੇ ਡਰਾਉਣ ਮਾਤਰ ਕੀਤਾ। ਇਹ ਕਿਹਾ ਇਤਨੇ ਸਮਰੱਥ ਸਤਿਗੁਰੂ ਕੀ ਆਪਾਂ ਨੂੰ ਝੂਠ ਬੋਲਣਗੇ? ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਤੂੰ ਇੱਕ ਕੰਮ ਕਰ, ਕੀ ਕੰਮ ਕਰ? ਤੂੰ ਆਪਣਾ ਭਰਮ, ਜਿਹੜੇ ਤੌਖਲੇ, ਇਹ ਸਾਰੇ ਭਰਮ ਛੱਡ ਕਰਕੇ ਸ਼ਰਧਾ ਸਤਿਗੁਰਾਂ ਤੇ ਰੱਖ ਕੇ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪ ਹੋਰੇ ਪ੍ਰਾਣੀ, ਪਰ ਹੋ ਏਕ ਕੀ ਸਰਨਾ। ਕੇਵਲ ਤੂੰ ਪਰਮੇਸ਼ਰ ਦਾ ਨਾਮ ਜਪਣਾ ਕਰ, ਇੱਕ ਦੀ ਸ਼ਰਨ ਪੈ ਜਾ। ਜਿਸ ਕਰਕੇ ਤੇ ਜਿਸ ਕਾਰਨ ਵਾਸਤੇ ਤੂੰ ਆਇਆ ਹੈ, ਤੂੰ ਲਾਹਾ ਖੱਟ ਕੇ ਤੇ ਫਿਰ ਉਸ ਅੰਦਰ ਸਮਾ ਜਾਵੇਂ ਪਰਮੇਸ਼ਰ ਦੇ ਅੰਦਰ। ਜਾ ਕਉ ਆਏ ਸੋਈ ਵਿਹਾਜੋ, ਇਸ ਕਾਰਜ ਵਾਸਤੇ ਜਿਹਦੇ ਵਾਸਤੇ ਤੂੰ ਆਇਆ ਹੈ ਉਸ ਨੂੰ ਵਿਹਾਜਣਾ ਕਰ, ਉਸ ਨੂੰ ਇਕੱਠਾ ਕਰਨਾ ਕਰ। ਹਰ ਗੁਰ ਤੇ ਮਨ ਹੈ ਬਸੇਰਾ। ਤੇ ਫਿਰ ਇਹ ਜਾ ਕਉ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਇਹ ਜਿਹੜਾ ਫਿਰ ਇਹ ਨਾਮ ਹੈ ਨਾ, ਕਿਵੇਂ ਵੱਸਦਾ ਹੈ ਮਨ ਦੇ ਅੰਦਰ? ਗੁਰ ਤੇ ਮਨ ਹੈ ਬਸੇਰਾ। ਹਰੀ, ਜਿਹੜਾ ਹਰੀ ਦਾ ਨਾਮ ਤੇ ਹਰੀ ਪਰਮੇਸ਼ਰ ਹੈ, ਗੁਰੂ ਪਾਸੋਂ ਹੀ ਬਖਸ਼ਿਸ਼ ਪ੍ਰਾਪਤ ਹੋਣੀ ਹੈ। ਇਸ ਕਰਕੇ ਸਾਧ ਸੰਗਤ ਰੋਜ਼ਾਨਾ ਬੇਨਤੀ ਕਰੀਦੀ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਆਈਏ, ਆ ਕਰਕੇ ਸਤਿਗੁਰਾਂ ਪਾਸ ਬੇਨਤੀ ਕਰੀਏ, ਸਤਿਗੁਰੂ ਸਾਡੇ ਮਨ ਦੇ ਅੰਦਰ ਵੀ ਤੁਸੀਂ ਹਰੀ ਦਾ ਨਾਮ ਵਸਾ ਦਿਓ, ਸਾਨੂੰ ਵੀ ਨਾਮ ਦਾ ਕਿਣਕਾ ਦੇ ਦਿਓ। ਜਿਸ ਕਰਕੇ ਫਿਰ ਜਿਸ ਦੇ ਨਾਲ ਅਸੀਂ ਇਹ ਧਨ ਇਕੱਠਾ ਕਰਕੇ ਤੇ ਸਾਡਾ ਵੀ ਅੱਗੇ ਬਸਣ ਸੁਹੇਲਾ ਵਸਣਾ ਹੋ ਜਾਵੇ। ਹਰ ਗੁਰ ਤੇ ਮਨ ਹੈ ਬਸੇਰਾ, ਗੁਰੂ ਪਾਸੋਂ ਇਹ ਨਾਮ ਦੀ ਪ੍ਰਾਪਤੀ ਹੋਣੀ ਹੈ। ਅਥਵਾ ਜਿਹੜੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਤੇ ਇਹ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿੱਤੀ ਨਾ, ਇਹ ਮਰਿਆਦਾ ਕਾਇਮ ਕਰਤੀ ਕਿ ਜੇ ਗੁਰੂ ਧਾਰਨਾ ਹੈ ਤੇ ਨਿਗੁਰੇ ਕਾ ਹੈ ਨਾਉਰਾ। ਜੇ ਤੂੰ ਗੁਰੂ ਧਾਰਨਾ ਹੈ ਤਾਂ ਇਸ ਪ੍ਰਕਾਰ ਦੇ ਨਾਲ, ਇਸ ਵਿਧੀ ਦੇ ਨਾਲ ਤੈਨੂੰ ਗੁਰੂ ਦੀ ਪ੍ਰਾਪਤੀ ਹੋਵੇਗੀ। ਤੇ ਉੱਥੇ ਫਿਰ ਪੰਜ ਪਿਆਰੇ ਸਾਹਿਬਾਨ ਨਾਮ ਦ੍ਰਿੜ ਕਰਾਉਂਦੇ ਹਨ। ਉਸ ਤਰੀਕੇ ਦੇ ਨਾਲ ਫਿਰ ਹਰ ਗੁਰ ਤੇ ਮਨਿ ਬਸੇਰਾ, ਗੁਰੂ ਦੁਆਰਾ ਫਿਰ ਇਹ ਜਿਹੜਾ ਹਰੀ ਦਾ ਨਾਮ ਹੈ ਇਹ ਹਿਰਦੇ ਅੰਦਰ ਵਸ ਜਾਂਦਾ ਹੈ। ਨਿਜ ਘਰ ਮਹਿਲ ਪਾਵਹੁ ਸੁਖ ਸਹਜੇ, ਬਹੁਰ ਨਾ ਹੋਏਗੋ ਫੇਰਾ। ਨਿਜ ਘਰ, ਆਪਣੇ ਨਿਜ ਘਰ ਦੇ ਅੰਦਰ ਮਹਿਲ ਪਾਵੋ, ਰਹਿਣਾ ਟਿਕਾਣਾ ਪਾਵੋ, ਸੁਖ ਸਹਜੇ ਬਹੁਰ ਨਾ ਹੋਏਗੋ ਫੇਰਾ। ਜਦੋਂ ਤੁਸੀਂ ਇਹ ਟਿਕਾਣਾ ਪਾ ਲਿਆ ਫਿਰ ਤੁਹਾਡਾ ਬਾਰ-ਬਾਰ ਫੇਰਾ, ਜਨਮ ਮਰਨ ਦਾ ਗੇੜ ਨਹੀਂ ਹੋਵੇਗਾ। ਨਿਜ ਘਰ ਆਪਾਂ ਬਚਨ ਸਰਵਣ ਕਰਦੇ ਹਾਂ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਤੁਮ ਘਰ ਆਵੋ, ਸਤਿਗੁਰੂ ਬਖਸ਼ਿਸ਼ ਕਰਦੇ, ਘਰ ਆਵੋ ਹੈ ਜੀਵ, ਤੁਸੀਂ ਘਰੇ ਆਵੋ। ਕਿਹੜਾ ਘਰ? ਆਪਣੇ ਹਿਰਦੇ ਰੂਪੀ ਆਪਣੇ ਮਨ ਦੇ ਅੰਦਰ ਆ ਜਾਵੋ। ਆਪਣਾ ਆਪਾ ਤੁਸੀਂ ਪਛਾਣ ਲਓ, ਜਿਹੜਾ ਸਤਿਗੁਰਾਂ ਦੀ ਜੋਤ ਦੇ ਅੰਦਰ ਤੁਸੀਂ ਜਿਹੜਾ ਘਰ ਹੈ ਉੱਥੇ ਪਹੁੰਚਣਾ ਕਰੋ।
ਨਿਜ ਘਰ ਮਹਿਲ। ਹੁਣ ਇਸ ਹਿਰਦੇ ਘਰ ਵਿੱਚ ਮਹਿਲ ਤੁਸੀਂ ਟਿਕਾਣਾ ਕਰ ਲਵੋ, ਤੁਸੀਂ ਆਪਣੇ ਘਰੇ ਵਾਪਸ ਆ ਜਾਓ। ਆਪਾਂ ਇਹ ਜਿਹੜੇ 9 ਦਰਵਾਜ਼ੇ ਹਨ ਨਾ ਸਰੀਰ ਦੇ, ਇਹਨਾਂ ਦੀ ਰਾਹੀਂ ਆਪਾਂ ਇਹ ਬਾਹਰ ਨੂੰ ਖੁੱਲ੍ਹਦੇ ਹਨ, ਇਹਨਾਂ ਦੀ ਰਾਹੀਂ ਆਪਾਂ ਸੰਸਾਰ ਦੇ ਨਾਲ ਜੁੜਦੇ ਹਾਂ। ਪਰ ਸਤਿਗੁਰੂ ਕਹਿੰਦੇ ਵੀ ਤੁਮ ਘਰ ਆਵੋ, ਤੁਸੀਂ ਅੰਦਰ ਆ ਜਾਓ, ਅੰਦਰ ਆਣ ਕਰਕੇ ਟਿਕਾਣਾ ਪਾ ਲਓ, ਨਿਜ ਘਰ ਮਹਿਲ ਪਾਵੋ। ਫਿਰ ਕੀ ਹੋਵੇਗਾ? ਸੁਖ ਸਹਿਜੇ। ਜਦੋਂ ਤੁਸੀਂ ਪਰਮੇਸ਼ਰ ਦੇ ਅੰਦਰ ਸਮਾ ਗਏ, ਉਸ ਦੇ ਘਰ ਦੇ ਅੰਦਰ ਤੁਸੀਂ ਆਪਣਾ ਮਹਿਲ ਟਿਕਾਣਾ ਪਾ ਲਿਆ, ਫਿਰ ਸੁਖ ਸਹਿਜੇ, ਤੇ ਸਹਿਜ ਸੁਖ ਜਿਹੜਾ ਸਹਿਜ ਅਵਸਥਾ ਪ੍ਰਾਪਤ ਹੋ ਜਾਵੇਗੀ। ਤੇ ਫਿਰ ਇਹਦੇ ਨਾਲ ਕੀ ਹੋਵੇਗਾ? ਬਹੁਰ ਨਾ ਹੋਏਗੋ ਫੇਰਾ। ਫਿਰ ਇਹ ਫੇਰਾ ਜਿਹੜਾ ਹੈ ਇਸ ਜੀਵਨ ਦੇ ਅੰਦਰ, ਜੂਨਾਂ ਦੇ ਅੰਦਰ ਆਉਣਾ, ਫੇਰ ਆਉਣਾ, ਫੇਰਾ ਮਾਰਨਾ, ਬਹੁਰ ਨਾ ਹੋਏਗੋ ਫੇਰਾ। ਫਿਰ ਇਹ ਫੇਰਾ ਤੁਹਾਡਾ ਖਤਮ ਹੋ ਜਾਵੇਗਾ। ਅੰਤਰਜਾਮੀ ਪੁਰਖ ਵਿਧਾਤੇ। ਅੰਤਰਜਾਮੀ, ਅੰਤਰਜਾਮਤਾ ਵਾਲੇ ਹੈ ਪਰਮੇਸ਼ਰ, ਅੰਦਰ ਦੀਆਂ ਜਾਣਨ ਵਾਲੇ ਪੁਰਖ ਹੈ ਸ੍ਰੇਸ਼ਟ ਪੁਰਖ ਪਰਮੇਸ਼ਰ ਜੀ। ਵਿਧਾਤੇ, ਤੁਸੀਂ ਮਨ ਮੰਗੀਆਂ ਦਾਤਾਂ ਦੇਣ ਵਾਲੇ ਹੋ। ਵਿਧਾਤੇ, ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਹੋ, ਸਭ ਦੀ ਰੱਖਿਆ ਕਰਨ ਵਾਲੇ ਹੈ ਵਿਧਾਤੇ ਪਰਮੇਸ਼ਰ। ਅੰਤਰਜਾਮੀ ਪੁਰਖ ਵਿਧਾਤੇ। ਸਰਦਾ ਮਨ ਕੀ ਪੂਰੇ। ਤੁਸੀਂ ਕਿਰਪਾ ਕਰੋ ਹੈ ਸਤਿਗੁਰੂ ਪਰਮੇਸ਼ਰ ਜੀਓ, ਸਾਡੇ ਤੇ ਇੱਕ ਕਿਰਪਾ ਕਰੋ। ਸਰਦਾ, ਸਾਡੇ ਮਨ ਦੀ ਇੱਕ ਸਰਦਾ ਹੈ, ਸਾਡੇ ਮਨ ਵਿੱਚ ਅਸੀਂ ਸ਼ਰਧਾ ਲੈ ਕੇ ਤੁਹਾਡੇ ਪਾਸ ਆਏ ਹਾਂ। ਸਰਦਾ ਮਨ ਕੀ ਪੂਰੇ, ਸਾਡੇ ਮਨ ਦੀ ਤੁਸੀਂ ਜਿਹੜੀ ਸਰਦਾ ਹੈ ਸਾਡੇ ਮਨ ਦੇ ਅੰਦਰ ਇੱਕ ਪੂਰੀ ਕਰ ਦੇਵੋ ਕਿਰਪਾ ਕਰਕੇ। ਕਿਹੜੀ ਹੈ ਸਰਦਾ? ਨਾਨਕ ਦਾਸ ਇਹ ਸੁਖ ਮਾਗੈ। ਨਾਨਕ ਦਾਸ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਕੇ ਇਹ ਪਰਮੇਸ਼ਰ ਪਾਸੋਂ ਇਹ ਮੰਗ ਰਹੇ ਹਨ। ਸਤਿਗੁਰੂ ਕਹਿੰਦੇ ਹਨ ਕਿ ਮੇਰੀ ਸ਼ਰਧਾ ਹੈ ਪਰਮੇਸ਼ਰ ਪੂਰੀ ਕਰ ਦਿਓ। ਅਥਵਾ ਆਪਾਂ ਵੀ ਬੇਨਤੀ ਕਰਨੀ ਹੈ ਕਿ ਹੇ ਸਤਿਗੁਰੂ ਸਾਡੀ ਵੀ ਇਹ ਸ਼ਰਧਾ ਪੂਰੀ ਕਰ ਦੇਵੋ। ਨਾਨਕ ਦਾਸ ਇਹ ਹੈ ਸੁਖ ਮੰਗੈ। ਅਤੇ ਇਹ ਜਿਹੜੀ ਅਸੀਂ ਸੁਖ ਮੰਗ ਰਹੇ ਹਨ ਨਾ, ਇਹ ਜਿਹੜੀ ਦਾਤ ਹੈ ਸਾਡੀ ਸ਼ਰਧਾ ਪੂਰੀ ਕਰੋ। ਕਿਹੜੀ ਜੀ? ਮੋਕੋ ਕਰ ਸੰਤਨ ਕੀ ਧੂਰੇ। ਸੰਤਨ ਕੀ ਧੂਰੇ, ਜਿਹੜੀ ਸੰਤ ਜਨਾਂ ਦੀ, ਜਿਹੜੇ ਤੁਹਾਡੇ ਦਾਸ ਹਨ, ਤੁਹਾਡੇ ਸੰਤ ਜਨ ਹਨ ਨਾ, ਮੋਕੋ ਕਰ, ਮੈਨੂੰ ਕਰ ਦੇ ਸੰਤਨ ਕੀ ਧੂਰੇ, ਮੈਨੂੰ ਸੰਤਾਂ ਦੀ ਧੂੜ ਬਣਾ ਦੇ। ਮੈਂ ਸੰਤਾਂ ਦੀ ਧੂੜ ਬਣ ਕੇ ਰਹਿਣਾ ਚਾਹੁੰਦਾ ਹਾਂ, ਇਹ ਮੇਰੇ ਮਨ ਦੀ ਸ਼ਰਧਾ ਹੈ। ਕਿਉਂਕਿ ਇਸ ਦੇ ਨਾਲ ਹੀ ਫਿਰ ਨਾਨਕ ਦਾਸ ਇਹ ਹੈ ਸੁਖ ਮੰਗੈ, ਇਸ ਦੇ ਅੰਦਰ ਹੀ ਅਸੀਂ ਸੁਖ ਮੰਨਿਆ ਹੈ, ਇਸ ਕਰਕੇ ਅਸੀਂ ਇਹੀ ਸੁਖ ਮੰਗਦੇ ਹਾਂ। ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਬਣਾ ਦੇ। ਇਹ ਪਰਮੇਸ਼ਰ ਪਾਸ ਬੇਨਤੀ ਕਰਨੀ ਹੈ। ਜਨ ਕੇ ਚਰਨ ਵਸਹਿ ਮੇਰੇ ਹੀਰੈ, ਸੰਗ ਪੁਨੀਤਾ ਦੇਹੀ। ਜਿਹੜੇ ਜਨ ਸੇਵਕ ਹਨ ਇਹਨਾਂ ਦੇ ਚਰਨ ਅਥਵਾ ਜਨ ਸਤਿਗੁਰਾਂ ਦੇ ਜਿਹੜੇ ਸਤ ਸੰਗਤ ਹੈ, ਜਨ ਕੇ ਚਰਨ ਵਸਹਿ ਮੇਰੇ ਹੀਰੈ, ਮੇਰੇ ਹਿਰਦੇ ਅੰਦਰ ਜੇਕਰ ਵਸ ਜਾਣਨਾ, ਸੰਗ ਪੁਨੀਤਾ ਦੇਹੀ, ਤੇ ਉਹਨਾਂ ਦੀ ਸੰਗਤ ਕਰਕੇ ਫਿਰ ਜੇ ਇਹ ਮੇਰੀ ਦੇਹ ਹੈ ਨਾ, ਸਰੀਰ, ਇਹ ਵੀ ਪਵਿੱਤਰ ਹੋ ਜਾਵੇਗਾ। ਤੇ ਕਿਰਪਾ ਕਰੋ ਜਨ ਕੀ ਧੂਰ ਦੇਹੋ ਕਿਰਪਾ ਨਿਧ। ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ, ਜਨ ਕੀ ਧੂਰ, ਆਪਣੇ ਜਨਾਂ ਦੀ, ਆਪਣੀ ਸਤ ਸੰਗਤ ਦੀ ਧੂੜੀ ਸਾਨੂੰ ਬਖਸ਼ਿਸ਼ ਕਰੋ। ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਇਹੀ ਸਾਨੂੰ ਸੁਖ ਹੈ। ਅਸੀਂ ਇਸੇ ਵਿੱਚ ਹੀ ਸੁਖ ਮੰਨਿਆ ਹੈ, ਇਸੇ ਵਿੱਚ ਸਦੀਵੀ ਸੁਖ ਹੈ। ਸਾਨੂੰ ਆਪਣੇ ਆਪਣੇ ਜਨਾਂ ਦੀ ਚਰਨਾਂ ਦੀ ਧੂੜੀ ਬਣਾ ਦਿਓ, ਸਾਨੂੰ ਉਹਨਾਂ ਦੀ ਧੂੜੀ ਬਖਸ਼ਿਸ਼ ਕਰ ਦਿਓ। ਜਿਨ ਕੇ ਚੋਲੇ ਰੱਤੜੇ ਪਿਆਰੇ, ਕੰਤ ਤੇ ਨਾ ਕਹਿ ਪਾਸ। ਜਿਨ੍ਹਾਂ ਦੇ ਚੋਲੇ ਰੱਤੜੇ ਹਨ ਨਾ, ਨਾਮ ਰੰਗ ਵਿੱਚ ਰੱਤੇ ਗਏ, ਕੰਤ ਤੇ ਨਾ ਕਹਿ ਪਾਸ, ਤੇ ਉਹਨਾਂ ਦੇ ਪਾਸ ਕੰਤ ਪਰਮੇਸ਼ਰ ਦਾ ਮਿਲਾਪ ਜਿਨ੍ਹਾਂ ਨੂੰ ਹੋ ਗਿਆ। ਤੇ ਕਿਰਪਾ ਕਰੋ ਤਿਨ ਧੂੜ ਤਿਨਾ ਕੀ ਜੇ ਮਿਲੈ ਜੀ। ਤੇ ਜੇਕਰ ਐਸੇ ਸੰਤ ਜਨਾਂ ਦੀ ਧੂੜੀ, ਚਰਨ ਧੂੜੀ ਸਾਨੂੰ ਮਿਲ ਜਾਵੇ ਨਾ, ਕਹੋ ਨਾਨਕ ਕੀ ਅਰਦਾਸ, ਇਹ ਸਾਡੇ ਨਿਹਾਲ ਹੋ ਜਾਵਾਂਗੇ। ਸਾਨੂੰ ਇਹ ਸਾਡੀ ਪਰਮੇਸ਼ਰ ਇਹੀ ਅਰਦਾਸ ਹੈ, ਆਪਣੇ ਜਨ ਦੇ ਚਰਨਾਂ ਦੀ ਧੂੜੀ ਸਾਨੂੰ ਬਖਸ਼ਿਸ਼ ਕਰ ਦਿਓ। ਐਸੀ ਨਿਮਰਤਾ ਦੇ ਨਾਲ ਇਹ ਅਰਦਾਸ ਬੇਨਤੀ ਕਰਨੀ ਹੈ। ਕਿਉਂਕਿ ਆ ਮਾਘ ਦਾ ਮਹੀਨਾ ਹੈ ਨਾ, ਇਸ ਦੀ ਸੰਗਰਾਂਦ ਦੇ ਹੁਕਮਨਾਮੇ ਅੰਦਰ ਹੀ ਆਪਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ ਜਿਹੜੀ ਧੂੜੀ ਹੈ ਨਾ, ਸਤ ਸਾਧ ਜਨਾਂ ਦੀ ਧੂੜੀ ਦੇ ਅੰਦਰ ਇਸ਼ਨਾਨ ਕਰਨ ਦੇ ਨਾਲ ਇਤਨੀਆਂ ਪ੍ਰਾਪਤੀਆਂ ਹਨ। ਇਹ ਇਸ਼ਨਾਨ ਫਿਰ ਕਿਵੇਂ ਹੋਵੇਗਾ? ਧੂੜੀ ਦੇ ਨਾਲ। ਇਹ ਜਿਸ ਸਮੇਂ ਆਪਾਂ ਗੁਰਦੁਆਰਾ ਸਾਹਿਬ ਸਤ ਸੰਗਤ ਦੇ ਅੰਦਰ ਆਣ ਕਰਕੇ ਝਾੜੂ ਮਾਰਨ ਦੀ ਸੇਵਾ ਕਰਾਂਗੇ ਤੇ ਉਹ ਧੂੜੀ ਆਪਣੇ ਸਰੀਰ ਤੇ ਪਵੇਗੀ। ਇਸ ਪ੍ਰਕਾਰ ਧੂੜੀ ਦਾ ਇਸ਼ਨਾਨ ਹੋਣਾ ਹੈ। ਤੱਪੜ ਚਾਦਰਾਂ ਝਾੜਨ ਦੀ ਸੇਵਾ ਜਿਸ ਸਮੇਂ ਕਰਾਂਗੇ ਤੇ ਉਸ ਸਮੇਂ ਜਿਹੜੀ ਧੂੜੀ ਚਰਨ ਧੂੜ ਸੰਗਤ ਦੀ ਉੱਡ ਕਰਕੇ ਸਰੀਰ ਤੇ ਮਸਤਕ ਤੇ ਪਵੇਗੀ, ਤੇ ਇਹ ਧੂੜੀ ਦਾ ਇਸ਼ਨਾਨ ਹੁੰਦਾ ਹੈ। ਇਸ ਪ੍ਰਕਾਰ ਦੇ ਨਾਲ ਧੂੜੀ ਦਾ ਇਸ਼ਨਾਨ ਕਰਨਾ ਹੈ। ਸਤਿਗੁਰੂ ਫਰਮਾਉਂਦੇ ਇਸ ਪ੍ਰਕਾਰ ਬੇਨਤੀਆਂ ਆਪਾਂ ਵੀ ਸਤਿਗੁਰਾਂ ਅੱਗੇ ਦੋਏ ਕਰ ਜੋੜ ਕਰੀਏ। ਮੁਕੋ ਕਰ ਸੰਤਨ ਕੀ ਧੂਰੇ, ਐਸੀ ਕਿਰਪਾ ਮੋਹੇ ਕਰੋ। ਸੰਤ ਹੈ ਚਰਨ ਹਮਾਰੋ ਮਾਥਾ, ਸੰਤਾਂ ਦਾ ਚਰਨ ਤੇ ਮੇਰਾ ਮੱਥਾ। ਨੈਣ ਦਰਸ ਤਨ ਧੂਰ ਪਰਹੋ।
ਤੇ ਸਾਡੇ ਨੈਣਾਂ ਦੇ ਤੇ ਚਿਹਰੇ ਦੇ ਉੱਪਰ ਉਹਨਾਂ ਦੀ ਧੂੜ ਸਾਨੂੰ ਇਸ ਪ੍ਰਕਾਰ ਦੇ ਨਾਲ ਸੰਤਾਂ ਦੀ ਧੂੜੀ ਦਾ ਇਸ਼ਨਾਨ ਸਾਨੂੰ ਪ੍ਰਾਪਤ ਹੋ ਜਾਵੇ। ਇਹ ਕਿਉਂ ਮੰਗਿਆ ਹੈ? ਚਰਨਾਂ ਦੀ ਧੂੜ ਕਿਉਂ ਮੰਗੀ ਹੈ? ਧੂੜ ਦੇ ਅੰਦਰ ਇਤਨੀ ਬਖਸ਼ਿਸ਼ ਹੈ ਕਿ ਇਸ ਦੇ ਨਾਲ ਹੀ ਜਿਹੜਾ ਲਿਵ ਹੈ ਉਹ ਉਸ ਪਰਮੇਸ਼ਰ ਦੇ ਨਾਲ ਲੱਗ ਜਾਂਦੀ ਹੈ। ਇਸ ਦੇ ਨਾਲ ਹੀ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਇਹ ਨਿਮਰਤਾ ਸਹਿਤ ਜਿਸ ਸਮੇਂ ਆਪਾਂ ਗੁਰਦੁਆਰਾ ਸਾਹਿਬ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਆਵਾਂਗੇ ਨਾ, ਫਿਰ ਸਤਿਗੁਰੂ ਬਖਸ਼ਿਸ਼ ਕਰਕੇ ਤੇ ਇਨਾਮ ਦੀਆਂ ਦਾਤਾਂ ਬਖਸ਼ਿਸ਼ ਕਰ ਦੇਣਗੇ। ਦਾਤਾਂ ਬਖਸ਼ਿਸ਼ ਕਰ ਦੇਣਗੇ ਤੇ ਤਾਂ ਹੀ ਆਪਾਂ ਨਾ ਜਿਹੜਾ ਇਹ ਸੰਸਾਰ ਦੇ ਉੱਪਰ ਆਇਆ ਹੋਇਆ ਸਫਲ ਹੋ ਜਾਵੇਗਾ। ਜਾ ਕੋ ਆਏ ਸੋਈ ਬਿਹਾਜੋ। ਸਤਿਗੁਰੂ ਅੱਜ ਦੇ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਨੇ ਕਿ ਜਿਸ ਕਾਰਜ ਵਾਸਤੇ ਤੂੰ ਆਇਆ ਹੈ ਨਾ ਸੋਈ ਬਿਹਾਜੋ, ਉਹ ਕੰਮ ਕਰ ਲੈ ਤੇ ਚੰਗਾ ਰਵੇਂਗਾ। ਅੱਗੇ ਬਸਣ ਸੁਹੇਲਾ ਤੇਰਾ ਵਸਣਾ ਅੱਗੇ ਸੌਖਾ ਹੋ ਜਾਵੇਗਾ। ਨਹੀਂ ਤੇ ਫਿਰ ਜਮ ਕਾ ਡੰਡ ਮੂਡ ਮਹਿ ਲੱਗੈ। ਜਦੋਂ ਜਮ ਦਾ ਡੰਡ ਸਿਰ ਤੇ ਵੱਜਦਾ ਹੈ ਨਾ, ਉਦੋਂ ਤੈਨੂੰ ਜਦੋਂ ਸੋਝੀ ਚੇਤਾ ਆਵੇਗਾ ਤੇ ਉਸ ਸਮੇਂ ਫਿਰ ਪੱਲੇ ਤੇਰੇ ਪਛਤਾਵਾ ਹੀ ਰਹਿ ਜਾਣਾ ਹੈ। ਜਾ ਕੋ ਆਏ ਸੋਈ ਬਿਹਾਜੋ। ਤੇ ਇਹ ਜਿਸ ਕਾਰਜ ਵਾਸਤੇ ਆਇਆ ਹੈ ਨਾ, ਇਹਾਂ ਖਾਟ ਚਲੋ ਹਰ ਲਾਹਾ, ਇਹ ਹਰੀ ਪਰਮੇਸ਼ਰ ਦੇ ਨਾਮ ਦਾ ਲਾਹਾ ਇੱਥੇ ਖੱਟ ਕੇ ਤੇ ਜਲੇ ਚੱਲੀਏ ਆਪਾਂ। ਤਾਂ ਕਰਕੇ ਫਿਰ ਤਾਂ ਜੋ ਇਸ ਸੰਸਾਰ ਦੇ ਅੰਦਰ ਫਿਰ ਆਪਣਾ ਆਉਣਾ ਨਾ ਪਵੇ। ਆਉਣਾ ਫਿਰ ਕਿਉਂ ਹੈ? ਬਹੁਰ ਹਮ ਕਾਹੇ ਆਵਾਂਗੇ। ਫਿਰ ਕਿਉਂ ਆਉਣਾ? ਕਿ ਜੇਕਰ ਜਿਸ ਕਾਰਜ ਵਾਸਤੇ ਆਏ ਸੀ ਜੇ ਉਹ ਕਾਰਜ ਹੀ ਸੰਪੂਰਨ ਹੋ ਗਿਆ, ਬਹੁਰ ਕੰਮ ਹਮ ਕਾਹੇ ਆਵਾਂਗੇ, ਫਿਰ ਕਾਹਤੋਂ ਆਉਣਾ? ਜੇ ਕਾਰਜ ਹੀ ਪਰਮੇਸ਼ਰ ਦੇ ਅੰਦਰ ਸਮਾਉਣ ਦਾ ਕਾਰਜ ਹੀ ਆਪਾਂ ਪੂਰਾ ਕਰਕੇ ਚਲੇ ਗਈਏ, ਫੇਰ ਨਹੀਂ ਮੁੜ ਕੇ ਆਉਣਾ ਪੈਂਦਾ। ਇਹ ਸਤਿਗੁਰਾਂ ਨੇ ਅੱਜ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਦਿੱਤੀ। ਅੱਜ ਜੋ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਪਵਿੱਤਰ ਸੋਹਿਲਾ ਸਾਹਿਬ ਜੀ ਦੀ ਗੁਰਬਾਣੀ ਦੀ ਪ੍ਰਾਰੰਭਤਾ ਆਪਾਂ ਕੀਤੀ ਸੀ, ਉਸ ਦੀ ਇੱਥੇ ਸੰਪੂਰਨਤਾ ਹੋ ਗਈ ਹੈ। ਸਤਿਗੁਰਾਂ ਦੀ ਅਪਾਰ ਮਿਹਰ ਹੋਈ ਹੈ। ਅਤੇ ਹੁਣ ਜੋ ਰੱਖਿਆ ਦੇ ਸ਼ਬਦ ਹਨ, ਜਿਹੜੇ 5 ਸ਼ਬਦ ਸਤਿਗੁਰਾਂ ਨੇ ਨਿਯਮ ਬੱਧਾ ਕਿ 5 ਰੱਖਿਆ ਦੇ ਸ਼ਬਦ ਪੜ੍ਹ ਕੇ ਤੇ ਉਸ ਤੋਂ ਉਪਰੰਤ ਕੀਰਤਨ ਸੋਹਿਲਾ ਸਾਹਿਬ ਪੜ੍ਹ ਕੇ ਤੇ ਫਿਰ ਰਾਤ ਨੂੰ ਸੌਣਾ ਹੈ, ਬਿਰਾਜਣਾ ਹੈ। ਇਹ ਮਰਿਆਦਾ ਸਤਿਗੁਰਾਂ ਨੇ ਕਾਇਮ ਕੀਤੀ ਤੇ ਉਹ ਜਿਹੜੇ ਸ਼ਬਦ ਹਨ ਉਹ ਵੀ ਸਤਿਗੁਰੂ ਕਿਰਪਾ ਕਰਨ ਅਗਲੇਰੇ ਦੀਵਾਨਾਂ ਅੰਦਰ ਆਪਾਂ ਸਰਵਣ ਕਰਨ ਦਾ ਯਤਨ ਕਰਾਂਗੇ। ਇਹ ਪਵਿੱਤਰ ਸੋਹਿਲਾ ਸਾਹਿਬ ਜੀ ਦੀ ਗੁਰਬਾਣੀ ਇੱਕ ਸਮੇਂ ਜਦੋਂ ਸਰੀਰ ਚੜ੍ਹਾਈ ਕਰਦਾ ਹੈ, ਮਨੁੱਖ ਚੜ੍ਹਾਈ ਕਰਦਾ ਹੈ, ਉਸ ਦੇ ਮਰਨ ਤੋਂ ਬਾਅਦ ਪੜ੍ਹੀ ਜਾਂਦੀ ਹੈ। ਅਤੇ ਰਾਤ ਨੂੰ ਸੌਣ ਵੇਲੇ ਬਿਰਾਜਣ ਵੇਲੇ ਇਹ ਗੁਰਬਾਣੀ ਨੂੰ ਪੜ੍ਹ ਕੇ ਤੇ ਗੁਰਸਿੱਖ ਸੌਂਦੇ ਹਨ। ਤੇ ਆਪਾਂ ਵੀ ਇਹ ਗੁਰਬਾਣੀ ਦਾ ਨਿਤਨੇਮ ਦ੍ਰਿੜ ਕਰ ਲਈਏ ਤਾਂ ਜੋ ਸਤਿਗੁਰਾਂ ਦੇ ਚਰਨਾਂ ਦੀ ਖੁਸ਼ੀ ਆਪਾਂ ਨੂੰ ਪ੍ਰਾਪਤ ਹੋ ਜਾਵੇ ਤੇ ਆਪਣਾ ਜੀਵਨ ਸਫਲਾ ਕਰਕੇ ਇੱਥੋਂ ਚਲੇ ਜਾਈਏ। ਇਤਨੀਆਂ ਕਹਾਣੀਆਂ ਪ੍ਰਵਾਨ ਕਥਾ ਵਿਚਾਰਾਂ ਕਰਦਿਆਂ ਗੁਰਬਾਣੀ ਉਚਾਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਬਖਸ਼ਿਸ਼ ਕਰ ਦੇਣ, ਆਪਣੇ ਅਣਜਾਣ ਬੱਚੇ ਸਮਝ ਕੇ ਤੇ ਮੁਆਫ ਕਰ ਦੇਣ ਤੇ ਅਗਾਂਹ ਤੋਂ ਸਮਤ ਬਖਸ਼ ਦੇਣ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਤੇ ਆਪਾਂ ਸਾਰੇ ਇਸ ਬੇਨਤੀ ਦੇ ਅੰਦਰ ਜੁੜੀਏ, ਸਤਿਗੁਰਾਂ ਪਾਸ ਬੇਨਤੀ ਕਰੀਏ ਤੇ ਫਿਰ ਸਮਾਪਤੀ ਹੈ ਜੀ। ਅੰਤਰਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनाश, हे पूरन हे सर्ब मैं दुख भंजन गुणतास। हे संगी हे निरंकार, हे निर्गुण सब टेक। हे गोबिंद हे गुण निदान, जाकै सदा विवेक। हे अपरंपर हर हरे, है पी होवन हार। हे संतह कै सदा संग, निधारा आधार। हे ठाकुर हऊँ दासरो, मैं निर्गुण गुण नहीं कोय। नानक दीजै नाम दान, राखो हियै परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो तरे पार। जो शरदा कर सेवदे, गुर पार उतारन हार। जो शरदा कर सेवदे, गुर पार उतारन हार।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।